बहुत बहुत स्वागत। प्रोग्राम देख रहे हो वीजा लाइव। सो इंतजार ਦੀਆਂ ਘੜੀਆਂ ਖਤਮ, ਲਾਈਵ ਸ਼ੋ ਲੈ ਕੇ ਹਾਜ਼ਰ ਹੋ ਗਿਆ ਜੀ। ਸਟੱਡੀ ਵੀਜ਼ਾ ਐਕਸਪਰਟ ਵੀ ਸਾਡੇ ਨਾਲ ਨੇ, ਵਿਜ਼ਨ ਵੇ ਇਮੀਗ੍ਰੇਸ਼ਨ ਤੋਂ ਮਿਸਟਰ ਪ੍ਰਵੀਨ ਅਰੋੜਾ। ਸਭ ਤੋਂ ਪਹਿਲਾਂ ਮਿਲਵਾਈ ਦਿੰਦੇ ਆ। ਵੈਲਕਮ ਹੈ ਸਰ। ਸਤਿ ਸ਼੍ਰੀ ਅਕਾਲ ਜੀ। ਸੋ ਨੰਬਰ ਆ ਗਏ ਨੇ ਜੀ। ਪਹਿਲਾਂ ਤਾਂ ਤੁਸੀਂ ਨੰਬਰ ਨੋਟ ਕਰ ਲਓ। ਤੁਹਾਨੂੰ ਪਤਾ ਹੀ ਹੈ ਕਿ ਇਸ ਸ਼ੋਅ ਦੇ ਵਿੱਚ ਲਾਈਵ ਮੌਕਾ ਮਿਲੇਗਾ ਤੁਹਾਨੂੰ ਸਾਡੇ ਐਕਸਪਰਟ ਕੋਲੋਂ ਕੋਈ ਵੀ ਸਵਾਲ ਮਨ ਦੇ ਵਿੱਚ ਆਉਂਦਾ, ਕਿਉਂਕਿ ਬਾਹਰ ਜਾਣਾ ਹੈਗਾ। ਬੜੇ ਸਵਾਲ ਹੁੰਦੇ ਨੇ ਜਿਨ੍ਹਾਂ ਤੇ ਜਵਾਬ ਸਾਨੂੰ ਨਹੀਂ ਮਿਲ ਪਾਉਂਦੇ, ਬਹੁਤ ਸਾਰੀ ਕਨਫਿਊਜ਼ਨ, ਬਹੁਤ ਸਾਰੇ ਡਾਊਟਸ। ਉਹ ਸਾਰੇ ਡਾਊਟਸ ਨੂੰ ਕਲੀਅਰ ਕਰ ਸਕਦੇ ਹੋ ਅੱਜ ਦੇ ਇਸ ਸ਼ੋਅ ਦੇ ਵਿੱਚ। ਸੋ ਜਲਦ ਤੋਂ ਜਲਦ ਫੋਨ ਚੱਕੋ। ਸੋ ਅੱਜ ਮੈਂ ਗੱਲ ਕਰਨ ਵਾਲੀ ਹਾਂ ਕਿਉਂਕਿ ਜਦੋਂ ਵਿਜ਼ਨ ਵੇ ਦੀ ਗੱਲ ਆਉਂਦੀ ਹੈ ਤਾਂ ਇੰਨਾ ਲੰਬਾ ਐਕਸਪੀਰੀਅੰਸ ਹੈ ਨਾ, 14 ਸਾਲ ਤੋਂ ਜ਼ਿਆਦਾ ਟਾਈਮ ਹੋ ਗਿਆ ਤੁਹਾਨੂੰ, ਇੰਨੇ ਜ਼ਿਆਦਾ ਵੀਜ਼ਾਸ ਲਗਵਾ ਚੁੱਕੇ ਹੋ। ਸੋ ਇਸੇ ਕਰਕੇ ਮੈਂ ਚਾਹੁੰਦੀ ਸੀ ਕਿ ਕੈਨੇਡਾ ਨੂੰ ਲੈ ਕੇ ਬੜੀ ਕਨਫਿਊਜ਼ਨ ਹੈ, ਉਸ ਨੂੰ ਵੀ ਕਲੀਅਰ ਕਰ ਲਾਂ। ਆਸਟ੍ਰੇਲੀਆ, ਯੂਕੇ ਸਭ ਨੂੰ ਲੈ ਕੇ ਮੈਂ ਅੱਜ ਗੱਲ ਕਰਾਂਗੀ। ਸ਼ੁਰੂਆਤ ਕੈਨੇਡਾ ਤੋਂ ਕਰਾਂਗੇ। ਸੋ ਕੈਨੇਡਾ ਦਾ ਇਸ ਟਾਈਮ ਦੇਖੀਏ ਤਾਂ ਸਭ ਕਹਿ ਰਹੇ ਨੇ ਕਿ 18 ਲੱਖ ਪੈਂਡਿੰਗ ਪਈਆਂ ਨੇ, ਵੀਜ਼ਾ ਨਹੀਂ ਆ ਰਿਹਾ, ਰਿਫਿਊਜ਼ਲ ਰੇਟ ਬਹੁਤ ਵੱਧ ਹੈ ਤੇ ਸੋ ਬੱਚੇ ਡਾਇਵਰਟ ਹੋਣਾ ਸ਼ੁਰੂ ਹੋ ਗਏ ਨੇ। ਸੋ ਕੀ ਕਹੋਗੇ ਕਿ ਵਾਕਈ ਕੈਨੇਡਾ ਦਾ ਵੀਜ਼ਾ ਇੰਨਾ ਟਫ ਹੋ ਗਿਆ ਇਸ ਟਾਈਮ? ਦੇਖੋ, ਸਭ ਤੋਂ ਪਹਿਲੇ ਦੇ ਵਿਜ਼ਨ ਵੇ ਲਾਸਟ 14 ਇਅਰਸ ਤੋਂ ਮੋਰ ਦੈਨ 10,000 ਸਟੂਡੈਂਟਸ ਨੂੰ ਐਬਰੋਡ ਜਾਣ ਦਾ ਸੁਪਨਾ ਜਿਹੜਾ ਹੁੰਦਾ ਸਾਕਾਰ ਕਰ ਚੁੱਕਿਆ ਹੈ। ਔਰ ਅਗਰ ਅੱਜ ਆਪਾਂ ਐਕਸਪੀਰੀਅੰਸ ਦੀ ਗੱਲ ਦੇ ਬੇਸ ਤੇ ਤੁਸੀਂ ਗੱਲ ਕਰਦੇ ਹੋ ਕਿ ਕੈਨੇਡਾ ਦੇ ਅੰਦਰ ਜੋ ਸਟੂਡੈਂਟ ਵੀਜ਼ਾ ਦੀ ਐਪਲੀਕੇਸ਼ਨ ਪਈਆਂ ਨੇ ਉਹ 18 ਲੱਖ ਐਪਲੀਕੇਸ਼ਨਸ ਨਹੀਂ ਹੈਗੀਆਂ ਉਹ ਅਪਰੋਕਸੀਮੇਟਲੀ। ਅਗਰ ਸਟੂਡੈਂਟ ਵੀਜ਼ਾ ਦੀ, ਕਿਉਂਕਿ ਆਪਾਂ ਸਾਡੀ ਇੰਡਸਟਰੀ ਸਟੂਡੈਂਟ ਵੀਜ਼ਾ ਦੀ ਹੈ, ਆਪਾਂ ਉਹਦੇ ਬਾਰੇ ਗੱਲ ਕਰੀਏ, ਅਪਰੋਕਸੀਮੇਟਲੀ 3.5 ਲੱਖ ਦੇ ਆਸ-ਪਾਸ ਐਪਲੀਕੇਸ਼ਨਸ ਨੇ। ਅਗਰ ਨੌਨ ਐਸਡੀਐਸ ਦੇ ਵਿੱਚ ਤੁਸੀਂ ਆਪਣਾ ਵੀਜ਼ਾ ਅਪਲਾਈ ਕੀਤਾ ਹੈ ਕੈਨੇਡਾ ਦੇ ਅੰਦਰ ਤੇ ਜਿਹਦੇ ਅੰਦਰ ਵੀਜ਼ਾ ਰਿਫਿਊਜ਼ਲ ਆਲਮੋਸਟ 100% ਆ ਰਹੀ ਹੈ। ਅਗਰ ਐਸਡੀਐਸ ਕੈਟਾਗਰੀ ਦੀ ਗੱਲ ਕਰੀਏ, ਅਗਰ ਤੁਹਾਡਾ ਐਕੈਡੈਮਿਕ ਪ੍ਰੋਫਾਈਲ ਅੱਛਾ ਹੈਗਾ, ਫਿਰ ਕੈਨੇਡਾ ਅੱਜ ਦੀ ਡੇਟ ਦੇ ਅੰਦਰ ਵੀਜ਼ਾ ਦੇ ਰਿਹਾ। ਵੀਜ਼ਾ ਨੂੰ ਐਸ ਸੱਚ ਕੋਈ ਪ੍ਰੋਬਲਮ ਨਹੀਂ ਹੈ। ਕੰਡੀਸ਼ਨ ਸਿਰਫ ਇੱਕ ਹੈ, ਐਸਡੀਐਸ 6 ਈਚ ਔਰ ਐਕੈਡੈਮਿਕ ਸਕੋਰ ਅੱਛਾ ਹੋਣਾ ਚਾਹੀਦਾ ਹੈ। ਦੇਖੋ, ਉਹਨਾਂ ਦਾ ਟਾਰਗੇਟ ਅੱਜ ਦੀ ਡੇਟ ਦੇ ਅੰਦਰ ਫਨਲ ਦੀ ਤਰ੍ਹਾਂ ਸ਼ਾਰਟ ਹੋ ਗਿਆ, ਜਿਹਦੇ ਕਰਕੇ ਨੰਬਰ ਆਫ ਐਪਲੀਕੇਸ਼ਨਸ, ਨੰਬਰ ਆਫ ਵੀਜ਼ਾ ਸਕਸੈਸ ਰੇਟ ਉਹ ਰਿਡਿਊਸ ਹੋਇਆ। ਐਜ਼ ਪਰ ਕੈਨੇਡੀਅਨ ਗਵਰਨਮੈਂਟ 60% ਸਟੂਡੈਂਟਸ ਦਾ ਵੀਜ਼ਾ ਜਿਹੜਾ ਹੈ ਉਹ ਰਿਫਿਊਜ਼ ਕਰ ਰਹੇ ਨੇ। ਅੱਛੇ ਕਲਾਇੰਟ ਨੂੰ, ਅੱਛੇ ਐਪਲੀਕੈਂਟ ਨੂੰ ਅੱਜ ਵੀ ਉਹ ਵੀਜ਼ਾ ਦੇਣ ਵਾਸਤੇ ਉਤਾਰੂ ਹੈਗੇ ਨੇ। ਜਿਵੇਂ ਕਿ ਤੁਸੀਂ ਕਿਹਾ ਕਿ ਨੌਨ ਐਸਟੀਐਸ ਹੈ ਨਾ, ਨੌਨ ਐਸਟੀਐਸ ਚ ਪੀਟੀ ਵਾਲੇ ਸਟੂਡੈਂਟ ਵੀ ਆ ਜਾਂਦੇ ਸੀਗੇ, 5.5 ਇੱਕ ਮੋਡਿਊਲ ਚੋਂ, 2 ਮੋਡਿਊਲ ਚੋਂ ਵੀ ਆ ਜਾਂਦੇ ਸੀ। ਮੀਨ ਹੁਣ ਉਹ ਨਹੀਂ ਜਾ ਪਾਣਗੇ। ਦੇਖੋ, ਐਸਡੀਐਸ ਦੇ ਵਿੱਚ ਅਗਰ ਆਪਾਂ ਗੱਲ ਕਰੀਏ, ਸਿਰਫ 2 ਹੀ ਚੀਜ਼ਾਂ ਨੇ, ਇੱਕ ਐਕੈਡੈਮਿਕ ਆਇਲਸ ਔਰ ਦੂਸਰਾ ਉਹਨਾਂ ਨੇ ਹੁਣੇ ਕੰਸੀਡਰ ਕੀਤਾ ਜਨਰਲ ਆਇਲਸ ਨੂੰ। ਅਗਰ ਤੁਸੀਂ ਜਨਰਲ ਆਇਲਸ ਕੀਤਾ ਹੈ, ਐਕਸਪ੍ਰੈਸ ਐਂਟਰੀ ਦੇ ਵਿੱਚ ਤੁਸੀਂ ਐਲੀਜੀਬਲ ਨਹੀਂ ਹੈਗੇ, ਜੋ ਆਪਣਾ ਪੀਆਰ ਦਾ ਸੁਪਨਾ ਉੱਥੇ ਦੇਖ ਰਹੇ ਸੀਗੇ ਬਟ ਡਰੋ ਨਹੀਂ ਨਿਕਲ ਪਾ ਰਿਹਾ ਹੈਗਾ, ਤੇ ਤੁਸੀਂ ਆਪਣਾ ਸਟੱਡੀ ਬੇਸ ਤੇ ਵੀ ਅਪਲਾਈ ਕਰ ਸਕਦੇ ਹੈਗੇ ਹੋ। ਯੂਨੀਵਰਸਿਟੀਜ਼ ਔਰ ਕਾਲਜਿਸ ਨੇ ਕੈਨੇਡਾ ਦੇ ਉਹਨੇ ਐਕਸੈਪਟ ਕਰਨਾ ਸ਼ੁਰੂ ਕਰਤਾ ਹੈ। ਜੋ ਇਹਦੇ ਇਲਾਵਾ ਅਗਰ ਕੋਈ ਇੰਗਲਿਸ਼ ਪ੍ਰੋਫੀਸ਼ੀਐਂਸੀ ਦਾ ਕੋਈ ਤੁਸੀਂ ਐਗਜ਼ਾਮ ਦਿੱਤਾ ਹੈ, ਸਪੋਜ਼ ਤੁਸੀਂ ਪੀਟੀ ਕੀਤੀ ਹੈ, ਟੋਫਲ ਕੀਤੀ ਹੈ, ਜਾਂ ਫਿਰ 6 ਨੋਟ ਲੈਸ ਦੈਨ 5.5 ਬੈਂਡਸ ਨੇ, ਸੈਲਪੀਪ ਹੈ ਜਾਂ ਅਦਰ ਪ੍ਰੋਗਰਾਮਸ ਤੁਸੀਂ ਲਿੱਤੇ ਹੈ। ਸੋ ਸੈਲਪੀਪ ਨਹੀਂ, ਆਪਾਂ ਆਈਸੀਐਫ ਦੀ ਗੱਲ ਕਰਾਂਗੇ। ਅਗਰ ਤੁਸੀਂ ਕਿਸੇ ਵੀ ਹੋਰ ਇੰਗਲਿਸ਼ ਪ੍ਰੋਫੀਸ਼ੀਐਂਸੀ ਦਾ ਕੋਈ ਐਗਜ਼ਾਮ ਦਿੱਤਾ ਹੈਗਾ, ਉਹਦੇ ਬੇਸ ਤੇ ਤੁਸੀਂ ਨੌਨ ਐਸਡੀਐਸ ਕੈਟਾਗਰੀ 'ਚ ਕਾਊਂਟ ਕੀਤੇ ਜਾਂਦੇ ਹੋ। ਉਹਦੇ ਅੰਦਰ ਜੋ ਇਸ ਟਾਈਮ ਤੇ ਰਿਫਿਊਜ਼ਲ ਰੇਟ ਹੈ ਆਲਮੋਸਟ 100% ਹੈ। ਤੇ ਮੈਂ ਆਪਣੇ ਜੋ ਦਰਸ਼ਕ ਹੈਗੇ ਨੇ ਉਹਨਾਂ ਨੂੰ ਐਡਵਾਈਜ਼ ਕਰਾਂਗਾ ਕਿ ਅਗਰ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ, ਅਗਰ 6 ਨੋਟ ਲੈਸ ਦੈਨ 5.5 ਨੇ, ਆਪਣੀ ਐਪਲੀਕੇਸ਼ਨ ਪ੍ਰੋਸੈਸ ਕਰੋ, ਆਫਰ ਲੈਟਰ ਅਪਲਾਈ ਕਰੋ, ਫੀਸਿਸ ਆਪਣੀ ਪੇ ਕਰੋ, ਬਟ ਇਮੀਗ੍ਰੇਸ਼ਨ ਦੇ ਵਿੱਚ ਜਾਣ ਤੋਂ ਪਹਿਲੇ ਤੁਸੀਂ 6 ਈਚ ਜ਼ਰੂਰ ਲੈ ਲਓ। ਓਕੇ, ਸੋ ਬਿਲਕੁਲ ਕਿ ਕੈਨੇਡਾ ਵੀਜ਼ਾ ਆ ਰਹੇ ਨੇ, ਪਰ ਇੱਕ ਚੰਗਾ ਸਟੂਡੈਂਟ, ਕਿਉਂਕਿ ਉਹ ਇੱਕ ਟਾਈਮ ਸੀਗਾ ਆਪਾਂ 5.5 ਵਾਲਾ ਵੀ ਜਾ ਰਿਹਾ ਸੀਗਾ, 5.5 ਵਾਲਾ ਵੀ ਲੈਸ ਦੈਨ 50% ਮਾਰਕਸ ਹੈਗੇ ਨੇ। ਉਸ ਟਾਈਮ ਕੈਨੇਡਾ ਦੇ ਟਾਰਗੇਟ ਸੀ। ਦੇਖੋ, ਇੱਕ ਚੀਜ਼ ਸਮਝਣੀ ਚਾਹੀਦੀ ਹੈ, ਚਾਹੇ ਆਸਟ੍ਰੇਲੀਆ, ਕੈਨੇਡਾ ਜਾਂ ਯੂਕੇ ਹੈ, ਇਹ ਸਭ ਕੰਟਰੀਜ਼ ਟਾਰਗੇਟ ਬੇਸਡ ਕੰਟਰੀ ਹੈਗੀਆਂ ਨੇ। ਜਦੋਂ ਇਹਨਾਂ ਨੂੰ ਬੱਚਿਆਂ ਦੀ ਲੋੜ ਹੈ ਤੇ ਇਹਨਾਂ ਨੇ ਤੁਹਾਡਾ ਪ੍ਰੋਫਾਈਲ ਨਹੀਂ ਦੇਖਣਾ। ਅੱਜ ਆਸਟ੍ਰੇਲੀਆ ਨੂੰ ਲੋੜ ਹੈ ਤੇ ਉਹ ਵੀਕ ਪ੍ਰੋਫਾਈਲ ਤੇ ਵੀਜ਼ਾ ਦੇਗਾ। ਅੱਜ ਉਹਨਾਂ ਨੂੰ ਕੈਨੇਡਾ ਨੂੰ ਬੱਚਿਆਂ ਦੀ ਲੋੜ ਨਹੀਂ ਹੈ ਤੇ ਅੱਛੇ ਪ੍ਰੋਫਾਈਲ ਨੂੰ ਵੀ ਰਿਫਿਊਜ਼ ਦੇਗਾ। ਤੇ ਕੋਈ ਬੱਚਿਆਂ ਨੂੰ ਡੀਮੋਰਲਾਈਜ਼ ਹੋਣ ਦੀ ਲੋੜ ਨਹੀਂ ਹੈ। ਤੁਸੀਂ ਕੈਨੇਡਾ ਦਾ ਵੀਜ਼ਾ ਅਗਰ 6 ਈਚ ਤੇ ਤੁਹਾਡਾ ਰਿਫਿਊਜ਼ ਹੋ ਗਿਆ, ਆਪਣਾ ਵੀਜ਼ਾ ਰੀਅਪਲਾਈ ਕਰ ਲਓ। ਬਿਲਕੁਲ ਬਿਲਕੁਲ ਜੀ, ਕਿਉਂਕਿ ਇੱਕ ਟਾਈਮ ਸੀਗਾ, ਜਿਵੇਂ ਅਸੀਂ ਗੱਲ ਕੀਤੀ ਹੈ ਕਿ ਜਿਵੇਂ ਸਰ ਨੇ ਕਿਹਾ ਕਿ ਵਾਕਈ ਕੈਨੇਡਾ ਨੇ ਬਹੁਤ ਵੀਜ਼ੇ ਦਿੱਤੇ ਨੇ, 5.5 ਵਾਲਿਆਂ ਨੂੰ ਵੀ ਦਿੱਤੇ ਨੇ, ਪਰ ਹੁਣ ਇੰਨਾ ਰਸ਼ ਪੈ ਗਿਆ ਕੋਵਿਡ ਦੀ ਵਜ੍ਹਾ ਦੇ ਨਾਲ, ਆਸਟ੍ਰੇਲੀਆ ਵੀ ਆਲਮੋਸਟ ਬੰਦ ਸੀਗਾ, ਸਭ ਕੈਨੇਡਾ ਜਾਣਾ ਸ਼ੁਰੂ ਹੋ ਗਏ। ਸੋ ਕਿਤੇ ਨਾ ਕਿਤੇ ਇੱਕ ਅੱਧੇ ਸਾਲ ਲਈ ਵੀਜ਼ਾ ਪ੍ਰੋਸੈਸ ਸਲੋ ਹੋ ਗਿਆ ਹੈ, ਪਰ ਤੁਸੀਂ ਇੱਕ ਚੰਗੇ 5.5 ਆ ਗਏ ਨੇ, ਇੱਕ ਵਾਰ ਦੁਬਾਰਾ ਆਇਲਸ ਦਾ ਐਗਜ਼ਾਮ ਦੋਗੇ ਤਾਂ ਆਈ ਹੋਪ 6 ਵੀ ਆ ਜਾਣਗੇ। ਅੱਛਾ, ਪਰਸੈਂਟੇਜ ਦਾ ਵੀ ਕੋਈ ਫਰਕ ਪਿਆ ਹੈ? ਆਪਾਂ ਪਹਿਲੇ ਦੀ ਇੱਕ ਅੱਧਾ ਸਾਲ ਨਹੀਂ, ਅਨਸਰਟੇਨ ਹੈ ਕਦੋਂ ਕੈਨੇਡਾ ਓਪਨ ਕਰਦੇ, ਵੀ ਡੋਨਟ ਨੋ, ਬਟ 6 ਈਚ ਵਾਸਤੇ ਹੀ ਓਪਨ ਹੋਏਗਾ, ਇਹ ਗੱਲ ਕਨਫਰਮਡ ਹੈਗੀ ਹੈ। ਔਰ ਦੂਸਰੀ ਗੱਲ ਹੈ ਕਿ ਐਕੈਡੈਮਿਕ ਪ੍ਰੋਫਾਈਲ ਮੈਟਰ ਕਰਦਾ ਹੈ। ਆਸਟ੍ਰੇਲੀਆ ਹਮੇਸ਼ਾ ਐਕੈਡੈਮਿਕ ਪ੍ਰੋਫਾਈਲ, ਖਾਲੀ ਆਇਲਸ ਸੇ ਵੀਜ਼ਾ ਨਹੀਂ ਦਿੰਦਾ, ਐਕੈਡੈਮਿਕ ਪ੍ਰੋਫਾਈਲ ਤੇ ਵੀਜ਼ਾ ਦਿੰਦਾ ਸੀਗਾ, ਪਰ ਅੱਜ ਉਹ ਕੰਪਰੋਮਾਈਜ਼ ਕਰਨ ਦੇ ਵਾਸਤੇ ਤਿਆਰ ਹੈ ਕਿਉਂਕਿ ਉਹਨੂੰ ਸਟੂਡੈਂਟਸ ਦੀ ਲੋੜ ਹੈ, ਮੈਨ ਪਾਵਰ ਦੀ ਲੋੜ ਹੈ। ਉਹਨੇ ਉੱਥੇ ਅਨਾਉਂਸ ਕਰਤਾ ਹੈ ਕਿ ਆਪਾਂ ਫੁੱਲ ਡੇ ਵਰਕ ਵੀ ਤੁਸੀਂ ਕਰ ਸਕਦੇ ਹੋ, ਕਾਲਜਿਸ ਸ਼ਾਮ ਦੀ ਕਲਾਸਿਸ
ਵਾਸਤੇ ਐਗਰੀ ਹੋ ਗਏ ਨੇ। ਮੈਂ ਤੁਸੀਂ ਸਮਝ ਸਕਦੇ ਹੋ ਕਿ ਇੱਕ ਦੇਸ਼ ਦਾ ਪ੍ਰਾਈਮ ਮਿਨਿਸਟਰ ਓਪਨਲੀ ਜਦੋਂ ਇਨਵਾਈਟ ਕਰਦਾ ਹੈ ਤੇ ਤੁਸੀਂ ਉਹਦੇ ਮੀਨਿੰਗ ਆਪਣੇ ਆਪ ਸਮਝ ਸਕਦੇ ਹੈਗੇ ਹੋ। ਔਰ ਕੈਨੇਡਾ ਦੇ ਅੰਦਰ ਅੱਛਾ ਐਪਲੀਕੈਂਟ ਅੱਜ ਵੀ ਜਾ ਸਕਦਾ ਹੈ, ਇਹਦੇ 'ਚ ਕੋਈ ਵੀ ਦੋ ਰਾਏ ਨਹੀਂ ਹੈਗੀ, ਬਸ਼ਰਤੇ ਤੁਹਾਡਾ ਪ੍ਰੋਫਾਈਲ ਅੱਛਾ ਹੋਵੇ। ਬਿਲਕੁਲ ਬਿਲकुल। ਅੱਛਾ ਸਰ, ਦਰਸ਼ਕ ਨਾਲ ਜੁੜ ਕੇ ਨੇ, ਕਾਲਰ ਜੀ, ਲੈਣੀ ਆ ਫਸਟ। ਜੀ। ਹੈਲੋ 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 ਹੈਲੋ। ਸੋ ਫੋਨ ਡਿਸਕਨੈਕਟ, Okay, ਕੋਈ ਗੱਲ ਨਹੀਂ no ਜੀ। issue। ਅੱਛਾ, ਕੈਨੇਡਾ 5.5 ਤਾਂ ਆਪਾਂ ਕਹਿ ਹੀ ਰਹੇ ਹੈਗੇ ਆ। ਇਸ ਤੋਂ ਇਲਾਵਾ ਹੁਣ ਜਿਹੜੇ ਆਲਰੇਡੀ ਗ੍ਰੈਜੂਏਟ ਸਟੂਡੈਂਟਸ ਨੇ ਉਹਨਾਂ ਨੂੰ ਕਿੰਨੇ ਬੈਂਡਸ ਲੈਣੇ ਪੈਣਗੇ ਫਿਰ? ਦੇਖੋ ਆਪਾਂ ਨਾ ਐਬਰੋਡ ਜਾਂਦੇ ਆ ਤੇ ਐਬਰੋਡ ਜਾਣ ਦੇ ਵਿੱਚ ਸਾਡਾ ਜੋ ਮਕਸਦ ਹੈ ਉਹ ਬੜਾ ਕਲੀਅਰ ਹੈ। ਆਪਾਂ ਅੱਛੀ ਲਾਈਫ ਜੀਣਾ ਚਾਹੁੰਦੇ ਆ, ਆਪਾਂ ਪੈਸਾ ਕਮਾਉਣਾ ਚਾਹੁੰਦੇ ਆ ਔਰ ਪੀਆਰ ਲੈਣਾ ਚਾਹੁੰਦੇ ਆ। ਬਿਲਕੁਲ। ਅਗਰ ਇੱਕ ਸਟੇਜ ਤੇ ਕੈਨੇਡਾ 6 ਨੋਟ ਲੈਸ ਦੈਨ 5.5 ਬੱਚਿਆਂ ਨੂੰ ਵੀਜ਼ਾ ਨਹੀਂ ਦੇ ਰਿਹਾ ਔਰ ਸਟੂਡੈਂਟ ਨਹੀਂ ਲੈ ਪਾ ਰਿਹਾ ਆਇਲਸ, ਤੇ ਮੈਨੂੰ ਲੱਗਦਾ ਨਹੀਂ ਕਿ ਇੱਥੇ ਸਾਡੇ ਮਤਲਬ ਸਟੂਡੈਂਟਸ ਦੇ ਪੇਰੈਂਟਸ ਨੂੰ ਜਾਂ ਸਟੂਡੈਂਟ ਨੂੰ ਡੀਮੋਰਲਾਈਜ਼ ਹੋਣ ਦੀ ਲੋੜ ਹੈ। ਇੱਕ ਡੋਰ ਅਗਰ ਬੰਦ ਹੋਇਆ ਤੇ ਦੋ ਡੋਰ ਓਪਨ ਹੋਏ ਨੇ। ਬਿਲਕੁਲ। ਆਸਟ੍ਰੇਲੀਆ ਓਪਨਲੀ ਇਨਵਾਈਟ ਕਰ ਰਿਹਾ 6 ਨੋਟ ਲੈਸ ਦੈਨ 5.5 ਬੈਂਡ ਨੇ, ਸਟੂਡੈਂਟਸ ਦੇ 5.5 ਨੋਟ ਲੈਸ ਦੈਨ 5 ਬੈਂਡਸ ਹੈਗੇ ਨੇ। ਆਸਟ੍ਰੇਲੀਆ ਉਹਨਾਂ ਨੂੰ ਓਪਨ ਸੱਦਾ ਦੇ ਰਿਹਾ ਹੈ। ਅਗਰ ਤੁਸੀਂ ਕੋਰਸ ਸਿਲੈਕਸ਼ਨ ਆਸਟ੍ਰੇਲੀਆ ਦੇ ਅੰਦਰ ਅਗਰ ਆਪਣਾ ਅੱਛਾ ਰੱਖਦੇ ਹੋ, ਲਾਈਕ ਇੰਜੀਨੀਅਰਿੰਗ ਦੇ ਵਿੱਚ ਜਾ ਰਹੇ ਹੋ ਤੁਸੀਂ, ਹੈਲਥ ਪ੍ਰੋਗਰਾਮਸ ਦੇ ਵਿੱਚ ਜਾ ਰਹੇ ਹੈਗੇ ਹੋ ਤੁਸੀਂ, ਔਰ ਕਮਿਊਨਿਟੀ ਹੈਲਥ ਦੇ ਵਿੱਚ ਜਾ ਰਹੇ ਹੋ ਜਿੱਥੇ ਉਹਨਾਂ ਨੂੰ ਮੈਨ ਪਾਵਰ ਦੀ ਲੋੜ ਹੈ, ਤੇ ਡੈਫੀਨਿਟਲੀ ਆਸਟ੍ਰੇਲੀਆ ਤੁਹਾਨੂੰ ਵੀਜ਼ਾ ਦੇਣ ਵਾਸਤੇ ਵੇਟ ਕਰ ਰਿਹਾ ਹੈਗਾ। ਤੁਸੀਂ ਆਪਣਾ ਵੀਜ਼ਾ ਉਹਨਾਂ ਵਿੱਚ ਅਪਲਾਈ ਕਰ ਸਕਦੇ ਹੋ। ਆਸਟ੍ਰੇਲੀਆ ਦੇ ਅੰਦਰ ਅਗਰ ਮੈਂ ਕੰਪੈਰੀਜ਼ਨ ਕਰਦਾ ਕੈਨੇਡਾ ਦੇ ਨਾਲ, ਦੇਖੋ ਜਿਹਨੇ ਕੈਨੇਡਾ ਜਾਣਾ ਹੈ ਤੇ ਪੰਜਾਬੀ ਚ ਉਹਨੂੰ ਤਾਂ ਕੀੜਾ ਉਹਨੇ ਜਾਣਾ ਹੀ ਜਾਣਾ ਹੈ, ਬਟ ਜੋ ਡਾਈਵਰਸਿਫਾਈ ਹੋ ਸਕਦਾ ਹੈ, ਜੋ ਅਲਟਰਨੇਟ ਆਪਸ਼ਨ ਦੇਖ ਸਕਦਾ ਹੈਗਾ, ਉਹ ਸਟੂਡੈਂਟ ਤੁਸੀਂ ਕੰਪੇਅਰ ਕਰੋ। ਕੈਨੇਡਾ ਦੇ ਅੰਦਰ ਅਰਨਿੰਗ ऑन और एवरेज $15 पर आवर है, रेट ऑलमोस्ट सेम है। ऑस्ट्रेलिया ਦੇ ਅੰਦਰ अर्निंग $25 to $35 पर आवर ਹੈਗਾ। ਤੁਸੀਂ ਮਤਲਬ ਆਲਮੋਸਟ ਡਬਲ ਵੇਜਸ ਹੈਗੇ ਨੇ। ਪੀਆਰ ਦੀ ਗੱਲ ਕੀਤੀ ਜਾਂਦੀ ਹੈ ਕਿ ਆਸਟ੍ਰੇਲੀਆ ਦੇ ਅੰਦਰ ਪੀਆਰ ਨਹੀਂ ਹੈ ਤੇ ਕੈਨੇਡਾ ਦੇ ਅੰਦਰ ਪੀਆਰ ਹੈ। ਇਹਦੇ ਪੇਰੈਂਟਸ ਨੂੰ ਗੱਲ ਸਮਝਣ ਦੀ ਲੋੜ ਹੈ ਕਿ ਅਗਰ ਤੁਸੀਂ ਕੈਨੇਡਾ ਦੇ ਅੰਦਰ ਆਪਣਾ ਬੱਚਾ ਭੇਜਦੇ ਹੋ ਤੇ ਮੈਂਟਲੀ ਪ੍ਰਿਪੇਅਰ ਕਰਕੇ ਭੇਜਦੇ ਹੋ ਕਿ ਬੇਟਾ ਤੁਸੀਂ ਉੱਥੇ ਜਾ ਕੇ ਆਪਣੀ ਸਟੱਡੀ ਕੰਪਲੀਟ ਕਰਨੀ ਹੈ, ਕੰਮ ਘੱਟ ਮਿਲੇ ਜਾਂ ਵੱਧ। ਅਗਰ ਐਸੀ ਸੋਚ ਸਾਡੇ ਸਟੂਡੈਂਟਸ ਜੋ ਆਸਟ੍ਰੇਲੀਆ ਜਾ ਰਹੇ ਨੇ ਔਰ ਪੇਰੈਂਟਸ ਉਹ ਬੱਚੇ ਸਟੂਡੈਂਟਸ ਨੂੰ ਬੋਲ ਦੇਣ ਕਿ ਤੁਸੀਂ ਜਾ ਕੇ ਉੱਥੇ ਆਪਣਾ ਯੂਨੀਵਰਸਿਟੀ ਔਰ ਕਾਲਜ ਚੇਂਜ ਨਹੀਂ ਕਰਨਾ ਤੇ 100% ਬੱਚਿਆਂ ਨੂੰ ਪੀਆਰ ਮਿਲੇਗੀ। ਜਿਹੜੇ ਸਟੂਡੈਂਟ ਜਿੰਨਾ ਤੁਸੀਂ ਫੀਸ ਸਟਰਕਚਰ ਕੈਨੇਡਾ ਦੇ ਅੰਦਰ ਖਰਚ ਕਰਦੇ ਹੋ ਉਹ ਥੋੜਾ ਜਿਹਾ ਵਾ ਤੁਸੀਂ ਆਸਟ੍ਰੇਲੀਆ ਦੇ ਅੰਦਰ ਵਨ ਆਫ ਦਾ ਰਿਨਾਊਂਡ ਯੂਨੀਵਰਸਿਟੀਜ਼ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਵਿੱਚ ਅਗਰ ਸਪੈਂਡ ਕਰਦੇ ਹੋ ਤੇ 100% ਤੁਹਾਨੂੰ ਵੀਜ਼ਾ ਮਿਲੇਗਾ। ਪਲੱਸ ਤੁਹਾਨੂੰ ਉੱਥੇ ਕੈਂਪਸ ਪਲੇਸਮੈਂਟਸ ਮਿਲਣਗੀਆਂ ਆਫਟਰ ਕੰਪਲੀਸ਼ਨ ਆਫ ਸਟੱਡੀ। ਹੁਣ ਇੱਕ 90% ਦਾ ਸਟੂਡੈਂਟਸ ਦਾ ਬੱਚਾ ਹੈ ਉਹ ਬੋਲਦਾ ਕਿ ਮੈਂ ਕੈਨੇਡਾ ਜਾਣਾ ਹੈ, ਕੈਨੇਡਾ ਜਾ ਕੇ ਉਹ ਲੇਬਰ ਆਪਣੇ ਆਪ ਚੂਜ਼ ਕਰਦਾ ਹੈਗਾ। ਤੇ ਆਸਟ੍ਰੇਲੀਆ ਦੇ ਅੰਦਰ ਅਗਰ ਤੁਸੀਂ ਅੱਛੀ ਯੂਨੀਵਰਸਿਟੀ ਚੂਜ਼ ਕਰਕੇ ਬੈਚਲਰ ਡਿਗਰੀ ਆਪਣੀ ਕੰਪਲੀਟ ਕਰਦੇ ਹੋ ਤਾਂ ਯੂਨੀਵਰਸਿਟੀਜ਼ ਉਹ ਲੈਵਲ ਦੀ ਹੈਗੀਆਂ ਨੇ ਜਿਸ ਤਰੀਕੇ ਨਾਲ ਸਾਡੇ ਇੰਡੀਆ ਦੇ ਅੰਦਰ ਟੌਪ ਰੈਂਕ ਯੂਨੀਵਰਸਿਟੀਜ਼ ਹੈਗੀਆਂ ਨੇ ਤੇ ਕੈਂਪਸ ਪਲੇਸਮੈਂਟਸ ਤੱਕ ਉੱਥੇ ਅਵੇਲੇਬਲ ਨੇ। ਮਾੜੀ ਜੋਬ ਆਪਾਂ ਖੁਦ ਚੂਜ਼ ਕਰਦੇ ਆ। ਗਵਰਨਮੈਂਟਸ ਉੱਥੇ ਦੀ ਨਹੀਂ ਕਹਿੰਦੀਆਂ ਕਿ ਤੁਸੀਂ ਮਾੜੀ ਜੌਬ ਕਰੋ, ਆਪਣੀ ਸਟੱਡੀ ਕੰਪਲੀਟ ਕਰੋ। ਆਸਟ੍ਰੇਲੀਆ ਦੇ ਅੰਦਰ ਵੀ ਉਹ ਪੀਆਰ ਵੀ ਮਿਲੇਗੀ ਔਰ ਕੈਂਪਸ ਪਲੇਸਮੈਂਟਸ ਵੀ ਔਰ ਜੌਬਸ ਮਿਲਣਗੀਆਂ ਤੁਹਾਨੂੰ। ਜੀ ਬਿਲਕੁਲ ਬਿਲਕੁਲ। ਸੋ ਇਹ ਇੱਕ ਵਿਜ਼ਨ ਕਲੀਅਰ ਹੋਣਾ ਚਾਹੀਦਾ ਹੈ ਬੱਚੇ ਦਾ, ਕਿਉਂਕਿ ਬੱਚੇ ਦਾ ਵੀ ਨਾਲ ਪੇਰੈਂਟਸ ਦਾ ਵੀ ਕਿ ਮੈਂ ਆਪਣੇ ਬੱਚੇ ਨੂੰ ਪੜ੍ਹਾਉਣ ਵਾਸਤੇ ਭੇਜ ਰਿਹਾ ਤਾਂ ਪੀਆਰ ਉਹਨੂੰ ਆਟੋਮੈਟਿਕਲੀ ਮਿਲੇਗਾ। ਬਿਲਕੁਲ, ਕਿਉਂਕਿ 50% ਪੰਜਾਬੀ ਬੱਚਿਆਂ ਦੀ ਜਦੋਂ ਅਸੀਂ ਗੱਲ ਕਰਦੇ ਆ ਉਹਨਾਂ ਨੂੰ ਹੁੰਦਾ ਸਾਨੂੰ ਕੈਨੇਡਾ ਚਲ ਜਾਈਏ, ਆਸਟ੍ਰੇਲੀਆ ਚਲੇ ਜਾਈਏ, ਉਸ ਤੋਂ ਬਾਅਦ ਦੀ ਬਾਅਦ ਚ ਦੇਖਾਂਗੇ। ਸੋ ਬਾਅਦ ਦੀ ਬਾਅਦ ਚ ਜਦੋਂ ਦੇਖਦੇ ਆ ਫਿਰ ਪੀਆਰ ਨਹੀਂ ਮਿਲਦੀ ਤੁਹਾਨੂੰ, ਪੀਆਰ ਨਹੀਂ ਮਿਲਦੀ। ਫਿਰ ਐਕਚੁਅਲੀ ਅਕਸਰ ਕੀ ਕਰਦੇ ਆ ਆਸਟ੍ਰੇਲੀਆ 'ਚ ਗਲਤੀ ਕਰਦੇ ਨੇ ਸਾਡੇ ਸਟੂਡੈਂਟਸ, 에ਅਰਪੋਰਟ ਦੇ ਜਦੋਂ ਲੈਂਡ ਕਰਦੇ ਨੇ ਤੇ ਆਪਣਾ ਯੂਨੀਵਰਸਿਟੀ ਔਰ ਕਾਲਜ ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਨੇ ਆਪਣੇ ਕੰਮ ਦੇ ਹਿਸਾਬ ਨਾਲ। ਇੱਥੇ ਹੀ ਉਹ ਗਲਤੀ ਕਰਦੇ ਆ ਜਿਹਦੇ ਕਰਕੇ ਪੀਆਰ ਵਾਸਤੇ ਆਪਾਂ ਸਫਰ ਕਰਦੇ ਹੈਗੇ। ਬਿਲਕੁਲ। ਅੱਛਾ, ਜਿੱਦਾਂ ਕੰਮ ਦੀ ਗੱਲ ਕੀਤੀ, ਆਸਟ੍ਰੇਲੀਆ ਨੇ ਤਾਂ ਵੈਸੇ ਹੀ ਹੁਣ ਅਨਲਿਮਿਟਿਡ ਕੰਮ ਕਰਤਾ ਹੈ ਨਾ ਕਿ 40 ਆਵਰਸ। ਗੱਲ ਇਹ ਆਂਦੀ ਕਿ ਜਿਹੜੇ ਬੱਚੇ ਆਲਰੇਡੀ ਉੱਥੇ ਨੇ ਸਾਡੇ ਪੰਜਾਬੀ ਜਾਂ ਹਰਿਆਣਾ ਤੋਂ ਬਿਲੋਂਗ ਕਰਦੇ ਨੇ ਸਟੂਡੈਂਟਸ ਆਲਰੇਡੀ ਉੱਥੇ ਹੈਗੇ ਨੇ, ਉਹ ਜਿਹੜੇ ਬੱਚਾ ਇੱਥੋਂ ਲੈਂਡ ਕਰਕੇ ਉੱਥੇ ਪਹੁੰਚਦਾ ਹੈ ਨਾ ਉਹ ਉੱਥੇ ਕੁਐਸਚਨ ਇੱਕ ਹੀ ਰਹਿੰਦਾ ਤੂੰ ਯੂਨੀਵਰਸਿਟੀ ਕਿਹੜੀ ਲੈ ਰਿਹਾ, ਕਾਲਜ ਕਿਉਂ ਤੇ ਇੰਨੀਆਂ ਫੀਸਾਂ ਕਿਉਂ ਭਰਨੀਆਂ ਨੇ। ਉਹ ਜਦੋਂ ਇਹ ਦਿਮਾਗ 'ਚ ਬੱਚੇ ਦੇ ਸਟੂਡੈਂਟ ਦੇ ਸੈਟਅਪ ਇੱਕ ਬੈਠ ਜਾਂਦਾ ਹੈ ਔਰਾ ਉੱਥੇ ਦਾ ਤਿਆਰ ਹੋ ਜਾਂਦਾ ਹੈ। ਸਟੂਡੈਂਟ ਬੋਲਦਾ ਕਿ ਛੱਡੋ ਪਰੇ ਯਾਰ ਆਪਾਂ ਦੇ ਸਿੰਪਲ ਕਾਲਜ ਜਾ ਕੇ ਕਾਰਪੈਂਟਰੀ ਕਰ ਲਈ ਜਾਂ ਪਲੰਬਰ ਕਰ ਲਈਏ, ਕਰਨਾ ਤੇ ਕੰਮ ਹੀ ਹੈ, ਪੈਸੇ ਹੀ ਕਮਾਉਣੇ ਆ। ਬਟ ਉਹ ਇੱਕ ਚੀਜ਼ ਧਿਆਨ ਰੱਖੋ ਕਿ ਜਦੋਂ ਤੁਸੀਂ ਇਹ ਪ੍ਰੈਕਟਿਸ ਕਰਦੇ ਹੋ
ਜੋ ਤੁਹਾਡੀ ਸਟੱਡੀ ਕੰਪਲੀਟ ਹੋ ਜਾਂਦੀ ਹੈ, ਚਾਹੇ ਤੁਸੀਂ ਡਿਪਲੋਮਾ ਪ੍ਰੋਗਰਾਮ ਲੈ ਲੇ, ਉਸ ਤੋਂ ਬਾਅਦ ਫਿਰ ਤੁਸੀਂ ਉਹਦੇ ਨਾਲੋਂ ਜਿੰਨਾ ਪੈਸਾ ਤੁਸੀਂ ਪੀਆਰ ਤੇ ਸਪੈਂਡ ਕਰਦੇ ਹੋ ਨਾ, ਜਿੰਨਾ ਤੁਸੀਂ ਕਮਾਓਗੇ ਉਹਦੇ ਨਾਲੋਂ ਵੱਧ ਸਪੈਂਡ ਕਰ ਦੋਗੇ। ਉਹ ਸਫਰ ਅਲੱਗ ਕਰੋਗੇ। ਮਤਲਬ ਜਿਸ ਤਰ੍ਹਾਂ ਕੈਨੇਡਾ ਦੇ ਅੰਦਰ ਅਗਰ ਆਪਾਂ ਡਿਸਾਈਡ ਕਰੀਏ ਤੇ 100% ਪੀਆਰ ਹੈ ਆਸਟ੍ਰੇਲੀਆ ਦੇ ਅੰਦਰ, ਬਸ ਇੱਕ ਸਹੀ ਪਾਥ ਤੇ ਚੱਲਣ ਦੀ ਲੋੜ ਹੈ। ਬਿਲਕੁਲ, ਇਹ ਬਿਲਕੁਲ ਤੁਸੀਂ ਸਹੀ ਐਡਵਾਈਸ ਦਿੱਤੀ। ਇੱਕ ਚੰਗੀ ਕਾਉਂਸਲਿੰਗ ਤੁਸੀਂ ਸਟੂਡੈਂਟਸ ਦੀ ਕਰ ਰਹੇ ਹੋ ਕਿ ਜਿਹੜੇ ਸਾਡੇ ਰਿਸ਼ਤੇਦਾਰ ਉੱਥੇ ਬੈਠੇ ਨੇ, ਫਰੈਂਡਸ ਬੈਠੇ ਨੇ, ਉਹ ਸਾਨੂੰ ਸਲਾਹਾਂ ਦਿੰਦੇ ਨੇ, ਪਰ ਤੁਸੀਂ ਆਪਣੇ ਹਿਸਾਬ ਦੇ ਨਾਲ ਚੱਲਣਾ ਕਿ ਮੈਂ ਇੱਕ ਵਧੀਆ ਫਿਊਚਰ, ਵਾਈਟ ਕਾਲਰਸ ਜੌਬ ਕਰਨੀਆਂ ਨੇ, ਅੱਛਾ ਸੈਟਲ ਹੋਣਾ, ਆਪਣੀ ਫੈਮਿਲੀ ਨੂੰ ਵੀ ਸੈਟ ਕਰਨਾ। ਸੋ 2-4 ਸਾਲ ਸਟੱਡੀ ਨੂੰ ਦੇ ਦਿਓ। ਵਿਜ਼ਨ ਵੇ ਲਾਸਟ 14 ਇਅਰਸ ਤੋਂ ਇੱਕ ਹੀ ਕੰਮ ਕਰਦਾ ਹੈ ਕਿ ਉਹ जेन्युइन काउंसलिंग ही प्रोवाइड करता है। और ऑनेस्टली वी आर गेटिंग अ वेरी मच रेफरल बिजनेस। मेरा रेफरल बिजनेस इतना ज्यादा है कि एक स्टूडेंट जिहदा वीजा लगता है अगे जाके 10 ਨੂੰ ਦੱਸਦਾ ਹੈ ਮੇਰੀ ਉਹ ਚੇਂਜ ਚੱਲ ਰਹੀ ਹੈ ਪਿਛਲੇ 14 ਸਾਲ ਤੋਂ। ਬਿਲਕੁਲ ਬਿਲਕੁਲ, ਇਹ ਬਹੁਤ ਜ਼ਰੂਰੀ ਹੈਗਾ ਕਿਉਂਕਿ ਅੱਛਾ ਹੁਣ ਜਿਵੇਂ ਕਿ ਬਹੁਤ ਸਾਰੇ ਸਟੂਡੈਂਟਸ ਇਦਾਂ ਦੇ ਹੋਣਗੇ ਪਤਾ ਵੀ ਨਹੀਂ ਹੁੰਦਾ, ਇੰਨਾ ਪਤਾ ਚਲੋ ਅਸੀਂ ਕੈਨੇਡਾ ਚਲ ਜਾਈਏ, ਆਸਟ੍ਰੇਲੀਆ ਚਲ ਜਾਈਏ, ਯੂਕੇ ਜਾਣਾ ਹੈ, ਪਰ ਬਾਕੀ ਕੋਈ ਨੌਲੇਜ ਨਹੀਂ ਹੁੰਦੀ। ਫੁੱਲ ਕਾਉਂਸਲਿੰਗ ਮਿਲੇਗੀ ਉਹਨਾਂ ਨੂੰ, ਨਹੀਂ ਕਾਲਜ ਦਾ ਨਹੀਂ ਪਤਾ, ਸਾਨੂੰ ਕੋਰਸ ਦਾ ਨਹੀਂ ਪਤਾ, ਸਾਨੂੰ ਪੈਸੇ ਦਾ ਨਹੀਂ ਪਤਾ। ਮਾਈਂਡ ਕਰਨ ਦੀ ਗੱਲ ਨਹੀਂ ਹੈ ਕਿ एक्चुअल ਦੇ ਅੰਦਰ ਕਿ ਕੁਝ ਕੰਸਲਟੈਂਟਸ ਵੀ ਸਾਡੇ ਅੰਦਰ ਐਸੇ ਬੈਠੇ ਨੇ ਕਿ ਜਿਨ੍ਹਾਂ ਨੂੰ ਆਪ ਨੂੰ ਨਹੀਂ ਪਤਾ ਹੁੰਦਾ, ਉਹ ਵੀ ਸਾਡੇ ਜੈਸੇ ਨੂੰ ਪੁੱਛ ਕੇ ਦੱਸਦੇ ਨੇ ਕਿ ਹਾਂ ਤੈਨੂੰ ਮੈਂ ਪਤਾ ਕਰਕੇ ਦੱਸ ਦਿੰਦਾ ਕੀ ਹੈ। ਮੈਂ ਹਮੇਸ਼ਾ ਇੱਕ ਐਗਜ਼ਾਮਪਲ ਦੇਣਾ ਕਿ ਅਗਰ ਤੁਸੀਂ ਇੰਨਾ ਪੈਸਾ ਸਪੈਂਡ ਕਰ ਰਹੇ ਹੋ ਤੇ ਵਰਕਆਊਟ ਕਿਉਂ ਨਹੀਂ ਕਰਦੇ? ਵਰਕਆਊਟ ਤੁਸੀਂ ਕਿਸੇ ਆਰਗੇਨਾਈਜੇਸ਼ਨ ਦੇ ਅੰਦਰ ਜਾ ਰਹੇ ਹੋ, ਕਿਸੇ ਕੰਪਨੀ ਦੇ ਅੰਦਰ ਜਾ ਰਹੇ ਹੋ, ਕਾਉਂਸਲਰ ਨया ਹੋ ਸਕਦਾ ਹੈ, ਚਾਹੇ ਜਿੰਨੀ ਮਰਜ਼ੀ ਵੱਡੀ ਕੰਪਨੀ ਹੈ। ਟਰਾਈ ਟੂ ਮੀਟ ਟੂ ਦਾ ਓਨਰ ਜਿਨਨੇ ਆਪਣੇ ਹੱਥੀ ਐਪਲੀਕੇਸ਼ਨਸ ਕੱਢੀਆਂ ਨੇ, ਤੁਸੀਂ ਉਹਨਾਂ ਨੂੰ ਮਿਲੋ, ਨਾ ਕਿ ਉਹ ਕਾਉਂਸਲਰਸ ਨੂੰ ਜਿਹੜੇ 6 ਮਹੀਨੇ ਪਹਿਲੇ ਆ ਕੇ ਬੈਠੇ ਨੇ। ਉਹ ਤੁਹਾਨੂੰ ਕੀ ਦੱਸ ਦਿੰਦੇ, ਉਹ ਖੁਦ ਟ੍ਰੇਨੀ ਹੈਗੇ ਨੇ। ਕਈ ਓਨਰਸ ਮਿਲਦੇ ਹੀ ਨਹੀਂ ਹੈ, ਸਟੂਡੈਂਟਸ ਨੂੰ ਪਤਾ ਵੀ ਨਹੀਂ ਹੁੰਦਾ ਇਹ ਕੰਪਨੀ ਦਾ ਓਨਰ ਕੌਣ ਹੈ। मैं क्वेश्चन के बारे क्या किया जा सकता है? देखिए, अगर तुम विजन वे आओगे और मिलना चाहते हो मेरे को, चाहे तुम स्काइप काउंसलिंग ले लो, चाहे फिजिकली काउंसलिंग ले लो, डिपेंड करता है कि मेरी अवेलेबिलिटी केड़ी ब्रांच दे अंदर है, तुम जदों मर्जी आके मिल सकते हैं। हाँ, अच्छा जिवें तुसी गल कीती है ना, चलो ਅਸੀਂ प्रोफाइल ਦੀ ਗੱਲ ਤਾਂ ਹਮੇਸ਼ਾ ਡਿਸਕਸ ਕਰਦੇ ਆ, ਪਰ ਇੱਕ ਅੱਛੀ ਗੱਲ ਹੈ ਕਾਉਂਸਲਿੰਗ ਹੋ ਰਹੀ ਹੈ ਅੱਜ ਸਟੂਡੈਂਟਸ ਦੀ। ਬਹੁਤ ਸਾਰੇ ਨਵੇਂ ਕੰਸਲਟੈਂਟ ਆਉਂਦੇ, ਡਾਇਰੈਕਟ ਟਾਈਪਸ ਨਹੀਂ ਹੁੰਦੇ ਉਹਨਾਂ ਦੇ। ਸੋ ਕਿੰਨਾ ਕੁ ਫਰਕ ਪੈਂਦਾ? ਕਿਉਂਕਿ ਅਸੀਂ ਨਾ ਜਦੋਂ ਬੱਚੇ ਦੀ ਗੱਲ ਆਉਂਦੀ ਆ ਅਸੀਂ ਉਹਨੂੰ ਕਹਿੰਦੇ ਆ ਕਿ ਆਇਲਸ ਵੀ ਜ਼ਰੂਰੀ ਹੈ, ਇਹਦੀ ਪਰਸੈਂਟੇਜ ਜ਼ਰੂਰੀ ਹੈ, ਬਹੁਤ ਗੱਲਾਂ ਉਹਦੇ ਲਈ ਗਿਣਾ ਦਿੱਤੀਆਂ ਜਾਂਦੀਆਂ। ਕੀ ਕੰਸਲਟੈਂਟ ਜਿਹੜਾ ਜਿਹਦੇ ਹੱਥ 'ਚ ਬੱਚੇ ਦਾ ਫਿਊਚਰ ਹੈ, ਉਹਦੇ ਲਈ ਕਿਸੇ ਅੰਬੈਸੀ ਨੇ ਜਾਂ ਕਿਸੇ ਕਾਲਜ ਯੂਨੀਵਰਸਿਟੀ ਨੇ ਕੋਈ ਕ੍ਰਾਈਟੇਰੀਆ ਨਹੀਂ ਰੱਖਿਆ ਕਿ ਉਹਨੂੰ ਵੀ ਮੈਚ ਕਰਨਾ ਪਏਗਾ? ਨਹੀਂ, ਦੇਖੋ ਐਸ ਸੱਚ ਕੋਈ ਕ੍ਰਾਈਟੇਰੀਆ ਨਹੀਂ ਹੈਗਾ। ਪੰਜਾਬ ਦੇ ਅੰਦਰ ਇੱਕ ਜ਼ਰੂਰ ਲਾਇਸੈਂਸ ਲੈਣਾ ਪੈਂਦਾ, ਹਰਿਆਣਾ ਦੇ ਅੰਦਰ ਤੇ ਸਾਨੂੰ ਉਹਦੀ ਵੀ ਜ਼ਰੂਰਤ ਨਹੀਂ ਹੈਗੀ। ਬਟ ਇੱਥੇ ਜੈਨੂਇਨਟੀ ਤੁਹਾਨੂੰ ਮਿਲ ਕੇ ਪਤਾ ਚੱਲ ਜਾਂਦਾ ਕਿ ਕੰਸਲਟੈਂਟ ਨੂੰ ਕੌਣ ਕੰਸਲਟੈਂਟ ਕਿਸ ਤਰੀਕੇ ਦਾ ਹੈਗਾ। ਇਹ ਮੈਡਮ ਨੇ ਜੋ ਗੱਲ ਕੀਤੀ ਹੈ ਕਿ क्या उन्होंने कोई क्राइटेरिया हैगा, टाइप्स की गल की हैगी है। देखो टाइप्स ऐसा है कि कोई भी एक मैंबर फैक्ट्री लगा सकता है, फैक्ट्री लगाने तो बाद ਉਹਦੇ ਅੱਗੇ ਹੋਲਸੇਲਰਸ ਨੇ, ਫਿਰ ਉਹ ਰਿਟੇਲਰਸ ਹੈਗੇ ਨੇ, ਤੇ ਮਾਰਕੀਟ ਆਲ ਓਵਰ ਇੰਡਸਟਰੀ ਜਿਹੜੀ ਇਸੇ ਪੈਨਲ ਤੇ ਚੱਲਦੀ ਹੈ। ਸਭ ਕੰਸਲਟੈਂਟਸ ਦੇ ਡਾਇਰੈਕਟ ਟਾਈਪਸ ਨਹੀਂ ਹੁੰਦੇ, ਬੜੇ ਲਿਮਿਟਿਡ ਕੰਸਲਟੈਂਟਸ ਨੇ, ਸਿਰਫ 10% ਕੰਸਲਟੈਂਟਸ ਹੋਣਗੇ ਜਿਨ੍ਹਾਂ ਦੇ ਟਾਈਪਸ ਨੇ, ਬਾਕੀ B2B ਚੇਨ ਚੱਲਦੀ ਹੈਗੀ ਹੈ। ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। एक अच्छा B2C ਜਿਹੜਾ ਏਜੰਟ ਹੈ, ਡਿਪੈਂਡ ਕਰਦਾ ਹੈ ਉਹਦੀ ਨੌਲੇਜ ਦੇ ਉੱਤੇ, ਉਹਦਾ ਐਕਸਪੀਰੀਅੰਸ ਦੇ ਉੱਤੇ, ਕਿੰਨੀ ਐਪਲੀਕੇਸ਼ਨ ਕਰ ਚੁੱਕਿਆ ਹੈ। ਉਸ ਫੋਰ ਐਗਜ਼ਾਮਪਲ ਹੈ ਕਿ ਤੁਸੀਂ ਕਿਸੇ ਵਕੀਲ ਕੋਲ ਜਾਂਦੇ ਹੋ ਆਪਣੀ ਐਪਲੀਕੇਸ਼ਨ ਲੈ ਕੇ, ਅਗਰ ਉਹ ਵਕੀਲ ਪੁਰਾਣਾ ਐਕਸਪੀਰੀਅੰਸਡ ਹੈ, ਫਿਰ ਉਹ ਤੁਹਾਡੀ ਪੜ੍ਹ ਕੇ ਐਪਲੀਕੇਸ਼ਨ ਦੱਸ ਦਿੰਦਾ ਕਿ ਹਾਂ ਤੁਹਾਡਾ ਆਪਾਂ ਵੀਜ਼ਾ ਇਸ ਤਰੀਕੇ ਨਾਲ ਜਾਂ ਕੇਸ ਆਪਾਂ ਇਸ ਤਰੀਕੇ ਨਾਲ ਜਿੱਤ ਸਕਦੇ ਹਾਂ। ਤੇ ਸੇਮ ਸਾਡੀ ਇੰਡਸਟਰੀ ਹੈ, ਅਗਰ ਤੁਸੀਂ ਐਕਸਪੀਰੀਅੰਸ ਜਿਹਨੇ ਆਪਣੇ ਹੱਥੋਂ ਐਪਲੀਕੇਸ਼ਨ ਕੱਢੀਆਂ ਨੇ, ਉਹ ਤੁਹਾਨੂੰ ਦੱਸ ਸਕਦਾ ਹੈ ਕਿ ਆਪਾਂ ਵੀਜ਼ਾ ਲੈ ਸਕਦੇ ਹਾਂ ਬੇਟਾ, ਤੇਰਾ ਕੈਨੇਡਾ ਦਾ ਨਹੀਂ ਲੈ ਸਕਦੇ, ਆਪਾਂ ਆਸਟ੍ਰੇਲੀਆ ਦਾ ਕੱਢ ਲਾਂਗੇ, ਆਸਟ੍ਰੇਲੀਆ ਕੈਨੇਡਾ ਦਾ ਨਾ ਕੱਢ ਕੇ ਆਪਾਂ ਯੂਕੇ ਦਾ ਵੀਜ਼ਾ ਕੱਢ ਲਾਂਗੇ। ਮਤਲਬ ਡਿਪੈਂਡ ਕਰਦਾ ਹੈ, ਉਹ ਡਿਪੈਂਡ ਇੱਕ ਹੀ ਰੋਲ ਪਲੇ ਕਰਦੇ ਨੇ, ਪ੍ਰੋਡਕਟਸ ਨੌਲੇਜ ਦਾ ਹੋਣਾ ਔਰ ਐਕਸਪੀਰੀਅੰਸ ਦਾ ਹੋਣਾ। ਬਿਲਕੁਲ, ਇਹ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਵੀ ਬੱਚਿਆਂ ਨੂੰ ਕਹਿੰਦੇ ਹਾਂ ਕਿ ਤੁਸੀਂ ਕਿਸੇ ਕੰਸਲਟੈਂਟ ਕੋਲ ਜਾ ਰਹੇ ਹੋ, ਆਪਣਾ ਪੂਰਾ ਫਿਊਚਰ ਉਸ ਨੂੰ ਦੇ ਰਹੇ ਹੋ, ਸੋ ਸੋਚ ਸਮਝ ਕੇ ਰਿਸਰਚ ਕਰਨ ਤੋਂ ਬਾਅਦ ਹੀ ਚੂਜ਼ ਕਰਿਆ ਕਰੋ। ਸੋ ਕਾਲਰ ਸਾਡੇ ਨਾਲ ਜੁੜ ਗਏ ਨੇ। ਹੈਲੋ हेलो, सत श्री अकाल जी, कौन गल कर रहे हो? अक्षय गल कर रहे हैं जी। गुड इवनिंग जी। गुड इवनिंग, कौन गल कर रहे हो जी? वॉल्यूम लो। अक्षय गल कर रहे हैं जी लुधियाना तो। हाँ, लुधियाना तो। थोड़ा जिहा लाउड बोलो, दसो की सवाल है? मैडम मैं हुणे BA पूरी की अपनी जी 2021 च जी, ਤੇ ਮੈਂ ਆਸਟ੍ਰੇਲੀਆ ਲਈ ਅਪਲਾਈ ਕਰਨਾ ਜੀ। ਤੇ ਦਰਅਸਲ ਮੈਂ +2 ਤੋਂ ਜਦੋਂ ਬਾਅਦ ਅਪਲਾਈ ਕੀਤਾ ਸੀ, ਉਦੋਂ ਰਿਫਿਊਜ਼ਲ ਆਇਆ ਸੀ ਮੇਰਾ ਜੀ। ਓਕੇ, ਠੀਕ ਹੈ। ਉਸ ਤੋਂ ਬਾਅਦ BA ਕਰ ਲਈ ਤੁਸੀਂ? ਕਿੰਨੇ ਆਇਲਸ ਕਰ ਲਿਆ? ਕਿੰਨੇ ਬੈਂਡਸ ਆ ਗਏ ਨੇ? ਆਇਲਸ ਕਰ ਰਹੇ ਹਾਂ ਜੀ ਮੈਂ, ਅਗਲੇ ਮਹੀਨੇ ਮੇਰਾ ਪੇਪਰ ਹੈ ਜੀ। ਓਕੇ जी। शुभ नाम की है अपना? ਸੌਰੀ, ਨਾਮ ਕੀ ਹੈ ਜੀ नाम ਤੁਹਾਡਾ? की है अपना?
ਅਕਸ਼ੇ ਜੀ, ਅਕਸ਼ੇ। ਅੱਛਾ ਅਕਸ਼ੇ ਐਸਾ ਹੈ ਕਿ ਦੇਖੋ ਅਗਰ +2 ਤੋਂ ਬਾਅਦ ਤੁਹਾਡਾ ਵੀਜ਼ਾ ਰਿਫਿਊਜ਼ ਹੈ ਔਰ ਤੁਸੀਂ ਦੁਬਾਰਾ ਰੀਲੋਜਮੈਂਟ ਕਰਦੇ ਤੁਹਾਨੂੰ ਕੋਈ ਵੀ ਯੂਨੀਵਰਸਿਟੀ ਔਰ ਕਾਲਜ ਸੀਓਈ ਪ੍ਰੋਵਾਈਡ ਨਹੀਂ ਕਰੇਗਾ Okay. ਕਿਉਂਕਿ ਉਹ ਇਹਨਾਂ ਦਾ ਇੱਕ ਓਪਨ ਪਲੇਟਫਾਰਮ ਹੈ ਜਿੱਥੇ ਅੰਦਰ ਪੂਰੇ ਆਸਟ੍ਰੇਲੀਆ ਜਿੰਨੀ ਵੀ ਯੂਨੀਵਰਸਿਟੀ ਔਰ ਕਾਲਜ ਸੀਓਈ ਰਿਲੀਜ਼ ਕਰਦੇ ਨੇ ਉਹ ਪੂਰੇ ਪੈਨਲ ਤੇ ਇੱਕ ਹੀ ਪੈਨਲ ਤੇ ਆਉਂਦੀਆਂ ਨੇ। Okay. ਅਗਰ ਕੋਈ ਮੰਨ ਲਓ ਤੁਸੀਂ ਰਿਫਿਊਜ਼ਡ ਹੋ ਔਰ ਦੁਬਾਰਾ ਸੀਓਈ ਤੁਸੀਂ ਜਿਸ ਟਾਈਮ ਤੇ ਕੋਈ ਦੂਸਰੀ ਯੂਨੀਵਰਸਿਟੀ ਔਰ ਕਾਲਜ ਰਿਲੀਜ਼ ਕਰੇਗਾ ਤੇ ਉਹ ਡਾਟਾ ਉਹਨੂੰ ਸ਼ੋ ਹੋ ਜਾਏਗਾ ਕਿ ਤੁਸੀਂ ਪਹਿਲੇ ਆਲਰੇਡੀ ਸੀਓਈ ਲੈ ਚੁੱਕੇ ਹੋ। ਅੱਛਾ ਅਗਰ ਸਾਡਾ ਪ੍ਰੋਫਾਈਲ ਚੇਂਜ ਹੋ ਜਾਂਦਾ ਹੈ, ਪ੍ਰੋਫਾਈਲ ਚੇਂਜ ਮਤਲਬ ਜਿਸ ਤਰ੍ਹਾਂ ਕਿ ਤੁਹਾਡਾ ਹੋ ਗਿਆ, ਤੁਸੀਂ +2 ਤੋਂ ਬਾਅਦ ਆਪਣੀ ਬੈਚਲਰ ਡਿਗਰੀ ਕੀਤੀ ਔਰ ਬੈਚਲਰ ਡਿਗਰੀ ਹੁਣ 3 ਸਾਲ ਦਾ ਤੁਸੀਂ ਆਪਣੀ ਸਟੱਡੀ ਕੰਪਲੀਟ ਕਰ ਲਈ, ਤੁਸੀਂ ਬੜੇ ਆਰਾਮ ਨਾਲ ਕਿਸੇ ਯੂਨੀਵਰਸਿਟੀ ਔਰ ਕਾਲਜ ਦੇ ਅੰਦਰ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੋ। ਕੋਸ਼ਿਸ਼ ਕਰੋ ਕਿ 6.5 6 ਈਚ ਬੈਂਡ ਆ ਜਾਣ, ਨਹੀਂ ਤੇ 6 ਈਚ ਤੇ ਵੀ ਆਪਸ਼ਨਸ ਨੇ ਔਰ 6 ਨੋਟ ਲੈਸ ਦੈਨ 5.5 ਬੈਂਡਸ ਤੇ ਵੀ ਵਿਦ ਹੈਲੀਕੋਸ ਜਾਂ ਗ੍ਰੈਜੂਏਟ ਸਰਟੀਫਿਕੇਟ ਦੇ ਨਾਲ ਵੀ ਮਾਸਟਰ ਡਿਗਰੀ ਵਿੱਚ ਤੁਸੀਂ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੋ। ਓਕੇ ਅੱਛਾ, ਜਿਵੇਂ ਕਿ ਕੈਨੇਡਾ ਚ ਇੱਕ ਵਾਰ ਰਿਫਿਊਜ਼ ਹੋ ਗਿਆ ਬੰਦਾ ਦੁਬਾਰਾ ਮਲਟੀਪਲ ਟਾਈਮ ਆਸਟ੍ਰੇਲੀਆ ਨਹੀਂ ਚਾਂਸਸ ਆਸਟ੍ਰੇਲੀਆ ਨਹੀਂ, ਆਸਟ੍ਰੇਲੀਆ Okay. ਉਹ ਸਿਸਟਮ ਹੈ ਉਹਦੇ ਕਨਫਰਮੇਸ਼ਨ ਆਫ ਐਨਰੋਲਮੈਂਟ ਦਾ ਇੱਕ ਉਹਨਾਂ ਨੇ ਕਾਮਨ ਆਪਣਾ ਸੌਫਟਵੇਅਰ ਡਿਜ਼ਾਈਨ ਕੀਤਾ ਜਿਹਦੇ ਪੂਰਾ ਡਾਟਾਬੇਸ ਹੁੰਦਾ ਵਾ ਕਿ ਉੱਥੇ ਤੁਸੀਂ ਅਗਰ ਇੱਕ ਬੱਚਾ ਸੀਓਈ ਆਲਰੇਡੀ ਲੈ ਚੁੱਕਿਆ, ਸੈਕਿੰਡ ਟਾਈਮ ਜਦੋਂ ਤੁਸੀਂ ਵੀਜ਼ਾ ਅਪਲਾਈ ਕਰੋਗੇ ਤੇ ਤੁਹਾਨੂੰ ਸੀਓਈ ਚਾਹੀਦੀ ਹੈ, ਉਹ ਯੂਨੀਵਰਸਿਟੀ ਰਿਲੀਜ਼ ਨਹੀਂ ਕਰ ਪਾਏਗੀ। ਓਕੇ ਓਕੇ, ਤੇ ਫਿਰ ਕੰਟਰੀ ਚੇਂਜ ਕਰਨੀ ਪਏਗੀ। ਬੈਟਰ ਕੰਟਰੀ ਚੇਂਜ ਕਰਨੀ। ਓਕੇ ਅੱਛਾ, ਯੂਕੇ ਦੀ ਇਸ ਟਾਈਮ ਕੀ ਸਿਚੁਏਸ਼ਨ ਚੱਲ ਰਹੀ ਹੈ? ਯੂਕੇ ਬਹੁਤ ਅੱਛਾ ਚੱਲ ਰਿਹਾ ਜੀ। ਅੱਛਾ। ਮੈਂ ਬੜੇ ਮਤਲਬ ਮਾਣ ਨਾਲ ਦੱਸਣਾ ਚਾਹੁੰਦਾ ਕਿ ਵਿਜ਼ਨ ਵੇ ਨੇ ਸਤੰਬਰ ਔਰ ਜਨਵਰੀ ਇਨਟੇਕ ਦੇ ਵਿੱਚ ਔਰ ਉਮੀਦ ਕਰ ਰਹੇ ਹਾਂ ਮਈ ਇਨਟੇਕ ਦੇ ਵਿੱਚ ਔਰ ਆਉਣੇ ਵਾਲੇ ਸਤੰਬਰ ਇਨਟੇਕ ਦੇ ਵਿੱਚ ਵਿਜ਼ਨ ਵੇ ਪਿਛਲੇ ਸਤੰਬਰ ਔਰ ਜਨਵਰੀ ਇਨਟੇਕ ਵਿੱਚ 100% ਵੀਜ਼ਾ ਲਿੱਤਾ ਹੈ। ਓਕੇ ਔਰ 100% ਵੀਜ਼ਾ ਰੀਅਲੀ ਮੀਨ मतलब एक सिंगल रिफ्यूजल नहीं है। और ਤੁਸੀਂ ਅਗਰ ਯੂਕੇ ਦਾ ਵੀਜ਼ਾ ਅਪਲਾਈ ਕਰ ਰਹੇ ਹੋ, ਵਿਦ ਸਪਾਊਸ ਦੇ ਨਾਲ ਜਾਣਾ ਚਾਹੁੰਦੇ ਹੋ, ਵਿਦਆਊਟ ਆਇਲਸ ਜਾਣਾ ਚਾਹੁੰਦੇ ਹੋ, ਲੋ ਫੀਸ ਦੇ ਨਾਲ ਜਾਣਾ ਚਾਹੁੰਦੇ ਹੈਗੇ ਹੋ, ਤੇ ਵਿਜ਼ਨ ਵੇ ਕੋਲ ਬਹੁਤ ਵਧੀਆ ਆਪਸ਼ਨਸ ਹੈਗੇ ਨੇ। ਇੱਕ ਆਪਸ਼ਨ ਮੈਂ ਤੁਹਾਨੂੰ ਇੱਥੇ ਅਨਾਉਂਸ ਕਰਨਾ ਚਾਹੁੰਦਾ ਕਿ ਮਾਸਟਰ ਡਿਗਰੀ ਦੇ ਵਿੱਚ ਤੁਸੀਂ ਆਮ ਤੌਰ ਤੇ 13-14 ਹਜ਼ਾਰ ਮਤਲਬ 1000 ਪਾਉਂਡ ਫੀਸ ਪੇ ਕਰਦੇ ਹੈਗੇ ਹੋ, ਬਟ ਵਿਜ਼ਨ ਵੇ ਕੋਲ ਇੱਕ ਐਸਾ ਆਪਸ਼ਨ ਹੈ ਮਾਸਟਰ ਡਿਗਰੀ 1.5 ਈਅਰ ਦੀ, ਜਿਹਦੇ ਨਾਲ ਵੀਜ਼ਾ ਵੀ ਤੁਹਾਨੂੰ 6 ਮਹੀਨੇ ਦਾ ਵੱਧ ਮਿਲੇਗਾ। ਆਮ ਤੌਰ ਤੇ ਜੋ ਬੈਚਲਰ ਡਿਗਰੀ ਯੂਕੇ ਦੇ ਅੰਦਰ ਉਹ 1 ਈਅਰ ਦੀ ਹੈ ਔਰ 1.5 ਸਾਲ ਦਾ ਤੁਹਾਡਾ ਪ੍ਰੋਗਰਾਮ ਹੋਏਗਾ। ਉਹਦੀ ਜਿਹੜੀ ਫੀਸ ਹੈਗੀ ਹੈ ਉਹ ਸਿਰਫ 10,000 ਪਾਉਂਡ ਹੈ। ਓਕੇ ਔਰ 6 ਨੋਟ ਲੈਸ ਦੈਨ 5.5 ਬੈਂਡ ਰਿਕੁਆਇਰਮੈਂਟ ਨੇ। ਤੁਹਾਡਾ ਅਗਰ 5 ਸਾਲ ਦਾ ਗੈਪ ਹੈ ਆਫਟਰ ਕੰਪਲੀਸ਼ਨ ਆਫ ਬੈਚਲਰ ਡਿਗਰੀ, ਉਹ ਵੀ ਅਸੈਪਟੇਬਲ ਹੈ ਔਰ ਬੜੇ ਆਰਾਮ ਨਾਲ ਆਪਣੇ ਸਪਾਊਸ ਨੂੰ ਤੁਸੀਂ ਨਾਲ ਲੈ ਕੇ ਜਾ ਸਕਦੇ ਹੈਗੇ ਹੋ। ਮੈਨੂੰ ਲੱਗਦਾ ਹੈ ਕਿ ਇਸ ਤੋਂ ਚੀਪ ਮਾਸਟਰ ਡਿਗਰੀ ਕਿਤੇ ਵੀ ਕਿਸੇ ਕੋਲ ਵੀ ਅਵੇਲੇਬਲ ਨਹੀਂ ਹੈ ਔਰ ਮੈਂ ਚੈਲੰਜ ਨਾਲ ਕਹਿ ਸਕਦਾ ਐਕਸਕਲੂਸਿਵ ਪ੍ਰੋਗਰਾਮ ਵਿਜ਼ਨ ਵੇ ਕੋਲ ਅਵੇਲੇਬਲ ਹੈ। ਬਿਲਕੁਲ ਜੀ ਬਿਲਕੁਲ, ਸੋ ਬਹੁਤ ਹੀ ਅਫੋਰਡੇਬਲ ਤੁਸੀਂ ਜਿਹੜਾ ਜਸਟ 10,000 ਪਾਉਂਡ ਫੀਸ ਫॉर 1.5 ਈਅਰ, ਮਤਲਬ 7,000 ਫੀਸ ਫॉर 1 ਈਅਰ। ਕਿਸੇ ਵੀ ਕੋਈ ਵੀ ਯੂਨੀਵਰਸਿਟੀ ਤੁਹਾਨੂੰ ਆਪਸ਼ਨਸ ਨਹੀਂ ਦੇਗੀ। ਆਮ ਤੌਰ ਤੇ ਜੋ ਯੂਨੀਵਰਸਿਟੀ ਦੀ ਫੀਸ ਹੈ ਉਹ 13 ਤੋਂ 14,000 ਪਾਉਂਡ ਹੈ। ਮਤਲਬ ਇਹ ਤਾਂ ਇੱਥੇ ਵੀ ਅਸੀਂ ਇੰਡੀਆ 'ਚ ਵੀ ਕਿਸੇ ਅੱਛੀ ਯੂਨੀਵਰਸਿਟੀ ਕਾਲਜ 'ਚ ਜਾਣਾ ਹੋਏ ਤੇ ਇੰਨਾ ਖਰਚਾ ਆ ਜਾਂਦਾ ਹੈ। ਸੋ ਕਾਲਰ ਲੈ ਲੈਣੀ ਆ। ਹੈਲੋ ਹੈਲੋ ਹੈਲੋ, ਆਵਾਜ਼ ਨਹੀਂ ਆ ਰਹੀ ਜੀ ਤੁਹਾਡੀ, ਸੋ ਫੋਨ ਮੈਨੂੰ ਲੱਗਦਾ ਡਿਸਕਨੈਕਟ ਹੋ ਗਿਆ। ਅੱਛਾ, ਸਪਾਊਸ ਦੀ ਗੱਲ ਕੀਤੀ, ਯੂਕੇ +2 ਵਾਲਾ ਬੱਚਾ ਸਪਾਊਸ ਨਹੀਂ ਲੈ ਕੇ ਜਾ ਸਕਦਾ ਕਿਆ? ਨਹੀਂ, ਬਿਲਕੁਲ ਆਪਾਂ ਆਪਸ਼ਨ ਦੇ ਸਕਦੇ ਹਾਂ। ਓਕੇ, ਕਿਉਂਕਿ ਸਭ ਮਨਾ ਕਰ ਰਹੇ ਨੇ ਕਿ ਗ੍ਰੈਜੂਏਟ ਹੋਣਾ ਚਾਹੀਦਾ ਬੱਚਾ। ਬਿਲਕੁਲ ਸਹੀ ਗੱਲ ਹੈ। ਵਿਜ਼ਨ ਵੇ ਕੋਲ ਇੱਕ ਪ੍ਰੋਗਰਾਮ ਹੈ ਜਿਹਦੇ ਅੰਦਰ +2 ਅਗਰ ਤੁਸੀਂ 20 ਔਰ 21 ਪਾਸ ਆਊਟ ਹੋ ਔਰ ਮੈਰਿਡ ਹੋ, ਓਕੇ ਅਗਰ ਮੈਰਿਡ ਹੋ ਤੇ ਕੰਡੀਸ਼ਨ ਸਿਰਫ ਇਹ ਹੈ ਕਿ ਪਾਸਪੋਰਟ ਤੇ ਨਾਮ ਸਪਾਊਸ ਦਾ ਨਹੀਂ ਹੋਣਾ ਚਾਹੀਦਾ। ਅੱਛਾ, ਅਗਰ ਮੈਰਿਡ ਹੋ, ਸਪਾਊਸ ਤੁਸੀਂ ਆਪਣਾ ਨਾਲ ਲੈ ਕੇ ਜਾਣਾ ਚਾਹੁੰਦੇ ਹੋ, 6 ਨੋਟ ਲੈਸ ਦੈਨ 5.5 ਨੇ ਜਾਂ ਇੰਗਲਿਸ਼ ਦੇ ਵਿੱਚ 70% ਨੰਬਰ ਨੇ ਵਿਦਆਊਟ ਆਇਲਸ ਵੀ, ਵਿਦਆਊਟ ਆਇਲਸ, ਵਿਜ਼ਨ ਵੇ ਡਾਇਰੈਕਟ ਐਡਵਾਂਸ ਡਿਪਲੋਮਾ ਲੀਡਿੰਗ ਟੂ ਮਾਸਟਰ ਆਫ ਅਕਾਊਂਟਿੰਗ ਐਂਡ ਫਾਈਨੈਂਸ ਦੇ ਵਿੱਚ ਤੁਹਾਡਾ ਐਡਮਿਸ਼ਨ ਕਰਵਾ ਕੇ ਦੇਗਾ। ਲੈਵਲ 7 ਦੀ ਸਟੱਡੀ ਕਰਵਾ ਕੇ ਦੇਗਾ। ਉਹ ਤੁਸੀਂ ਬੜੇ ਆਰਾਮ ਨਾਲ ਆਪਣੇ ਸਪਾਊਸ ਨੂੰ ਵਰਕ ਵੀਜ਼ਾ ਤੇ ਲੈ ਜਾ ਸਕਦੇ ਹੈਗੇ ਹੋ। ਐਕਸਕਲੂਸਿਵ ਪ੍ਰੋਗਰਾਮ ਹੈ ਵੀ ਸਾਡੇ ਕੋਲ ਅਵੇਲੇਬਲ ਹੈ ਔਰ ਫੀ ਜਿਹੜੀ ਸਟਰਕਚਰ ਉਹਦੇ ਅੰਦਰ ਰਹੇਗਾ ਆਲਮੋਸਟ 9 ਤੋਂ 10,000 ਪਾਉਂਡ ਪਰ ਈਅਰ ਦਾ ਸਟਰਕਚਰ ਰਹੇਗਾ, ਜੋ ਕਿ ਲੀਸਟ ਹੈਗਾ, ਲੀਸਟ ਸਟਰਕਚਰ ਹੈਗਾ। ਔਰ ਮੇਨ ਸਿਟੀ ਲੰਡਨ ਦੇ ਵਿੱਚ ਬੱਚੇ ਦਾ ਆਪਾਂ ਐਡਮਿਸ਼ਨ ਕਰਵਾ ਕੇ ਦਵਾਂਗੇ ਅਗਰ ਤੁਸੀਂ ਜਾਣਾ ਚਾਹੁੰਦੇ ਹੋ। ਅੱਛਾ, ਕਿਉਂਕਿ ਆਲਮੋਸਟ ਮੈਂ ਵੀ ਜੈਸੇ ਸ਼ੋ ਕਰਦੇ ਹਾਂ ਆਲਮੋਸਟ ਸਭ ਨੂੰ ਇਹ ਕਿਹਾ ਜਾਂਦਾ ਕਿ +2 ਤੋਂ ਬਾਅਦ ਸਪਾਊਸ ਨਹੀਂ ਜਾਏਗਾ। ਆਸਟ੍ਰੇਲੀਆ ਦੇ ਅੰਦਰ ਨਹੀਂ ਹੈ, ਕੈਨੇਡਾ ਦੇ ਅੰਦਰ ਨਹੀਂ ਹੈ, ਬਟ ਯੂਕੇ ਦੇ ਅੰਦਰ ਇੱਕ ਹੀ ਯੂਨੀਵਰਸਿਟੀ ਹੈ, ਨਾਮ ਮੈਂ ਡਿਸਕਲੋਜ਼ ਨਹੀਂ ਕਰ ਸਕਦਾ, ਔਰ ਇੱਕ ਹੀ ਪ੍ਰੋਗਰਾਮ ਹੈ ਜਿਹਦੇ ਅੰਦਰ ਤੁਸੀਂ ਜਾ ਸਕਦੇ ਹੋ। ਓਕੇ ਓਕੇ, ਸੋ ਬਿਲਕੁਲ ਇਹੀ ਗੱਲ ਹੁੰਦੀ ਹੈ ਅਵੇਲੇਬਲ ਹੈ। ਅਗਰ ਤੁਸੀਂ ਆਪਣੇ ਸਪਾਊਸ ਦੇ ਨਾਲ ਜਾਣਾ ਚਾਹੁੰਦੇ ਹੋ, +2 ਕੀਤੀ ਹੈ ਔਰ ਵਿਦਆਊਟ ਆਇਲਸ ਜਾਣਾ ਚਾਹੁੰਦੇ ਹੋ ਜਾਂ ਫਿਰ ਆਇਲਸ 6 ਨਾਲ 5.5 ਨੇ, ਮੋਸਟ ਵੈਲਕਮ। ਬਿਲਕੁਲ ਜੀ, ਇਹੀ ਗੱਲ ਹੁੰਦੀ ਕਿ ਮਲਟੀਪਲ ਟਾਈਪਸ ਹਨਾ ਹੁੰਦੇ ਨੇ। ਅੱਛਾ, ਅੱਜ ਦੇ ਟਾਈਮ ਦੇ ਵਿੱਚ ਪੇ ਆਫਟਰ ਵੀਜ਼ਾ ਦੀ ਆਪਸ਼ਨ ਬਹੁਤ ਚੱਲ ਰਹੀ, ਬੱਚੇ ਵੀ ਸਿਕਿਉਰ ਫੀਲ ਕਰਦੇ ਨੇ
ਇਦਾਂ ਦੀ ਬਿਲਕੁਲ, ਤੁਹਾਡੀ ਬਿਲਕੁਲ, ਕੰਪਨੀ ਕੋਈ ਆਪਸ਼ਨ ਦਿੰਦੀ ਹੈ? ਸਾਡੇ 'ਚ ਇੱਕ ਤੁਹਾਨੂੰ ਆਪਸ਼ਨ ਮਿਲੇਗਾ ਕਿ ਆਪਾਂ ਪੇ ਆਫਟਰ ਵੀਜ਼ਾ ਦੇ ਅੰਦਰ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ 2 ਲੱਖ ਰੁਪਏ ਫੀਸ ਪੇ ਕੀਤੀ ਜਾਂਦੀ ਹੈ, 12 ਲੱਖ ਚਾਰਜ ਕਰ ਲਿੱਤਾ ਜਾਂਦਾ ਹੈ, 14 ਲੱਖ ਚਾਰਜ ਕਰ ਲਿੱਤਾ ਜਾਂਦਾ ਹੈ। ਵਿਜ਼ਨ ਵੇਲ ਲਾਈਕ ਅ ਮਿਰਰ ਟ੍ਰਾਂਸਪੇਰੈਂਟ ਸਿਸਟਮ ਦੇ ਨਾਲ ਪੇ ਆਫਟਰ ਵੀਜ਼ਾ ਦਾ ਆਪਸ਼ਨ ਦਿੰਦਾ ਹੈ। ਸਾਡੇ ਕੋਲ ਫਾਈਨੈਂਸਰਸ ਨੇ ਜੋ ਇਨਵੈਸਟ ਕਰਦੇ ਨੇ, ਵੀ ਆਰ ਨਾਟ ਇਨਵੈਸਟਿੰਗ ਇਨ ਦੈਟ, ਬਟ ਆਪਾਂ ਬੱਚੇ ਨੂੰ ਦੱਸ ਕੇ ਚੱਲਾਂਗੇ ਕਿ ਤੇਰੀ 6 ਮਹੀਨੇ ਦੀ ਫੀਸ ਜਾ ਰਹੀ ਹੈ, 12000 ਜਾ ਰਹੀ ਹੈ, 14000 ਜਾ ਰਹੀ ਹੈ, 10000 ਜਾ ਰਹੀ ਹੈ, ਉਹਦੇ ਹੀ ਹਿਸਾਬ ਨਾਲ ਉਹਨੂੰ ਆਫਰ ਕੀਤਾ ਜਾਏਗਾ। ਓਕੇ, ਉਹਦੇ ਅੰਦਰ ਕੀ ਹੈ ਕਿ ਜੋ ਰਿਸਕ ਹੈ ਉਹ ਸਾਡੇ ਫਾਈਨੈਂਸਰ ਦਾ ਲਿੱਤਾ ਜਾਂਦਾ ਹੈ ਔਰ ਸਟੂਡੈਂਟ ਜਿਹੜਾ ਹੈਗਾ ਉਹ ਸੇਫ ਹੈਂਡ ਦੇ ਵਿੱਚ ਰਹਿੰਦਾ ਹੈ, ਆਪਣਾ ਵੀਜ਼ਾ ਜਦੋਂ ਆਉਣ ਤੋਂ ਬਾਅਦ ਆਪਣੀ ਪੇਮੈਂਟ ਪੇ ਕਰ ਸਕਦਾ ਹੈ ਜੀ। ਅੱਛਾ, ਪੇ ਆਫਟਰ ਵੀਜ਼ਾ ਚ ਨਾ ਮੇਰੇ ਕੁਝ ਸਵਾਲ ਨੇ, ਕਿਉਂਕਿ ਜਿਵੇਂ ਤੁਸੀਂ ਕਿਹਾ ਵਾਕਈ ਬਹੁਤ ਸਾਰੇ ਸਟੂਡੈਂਟਸ ਜਦੋਂ ਕਹਿੰਦੇ ਨਾ ਪੇ ਆਫਟਰ ਵੀਜ਼ਾ ਚ ਠੱਗੀ ਵੱਜਦੀ, ਇਹੀ ਹੁੰਦਾ 10 ਲੱਖ ਦਾ ਖਰਚਾ ਤੇ 20-25 ਲੱਖ ਰੁਪਏ ਲਿਆ ਜਾਂਦਾ। ਸੈਕਿੰਡ ਇੱਕ ਹੋਰ ਸਵਾਲ ਹੈ ਕਿ ਬੱਚਿਆਂ ਨੂੰ ਕਹਿ ਕੇ ਇੱਥੋਂ ਚਲੇ ਜਾਂਦੇ ਨੇ, ਉੱਥੇ ਪਤਾ ਲੱਗਦਾ ਹੈ ਕਿ ਮੇਰੀ ਤਾਂ ਫੀਸ ਹੀ 3 ਮਹੀਨੇ ਦੀ ਆਈ ਆ, ਇੱਕ ਛੋਟਾ ਜਿਹਾ ਕਾਲਜ ਯੂਨੀਵਰਸਿਟੀ ਦੇ ਦਿੱਤਾ ਜਾਂਦਾ ਹੈ ਜਿਹਦਾ ਅੱਗੇ ਕੁਝ ਪਤਾ ਹੀ ਨਹੀਂ ਹੁੰਦਾ ਕਦੋਂ ਬੰਦ ਹੋ ਜਾਏ। ਦੇਖੋ, ਐਜ਼ ਸਟੂਡੈਂਟਸ ਨੂੰ ਸਮਝਣਾ ਚਾਹੀਦਾ ਹੈ ਕਿ ਜਦੋਂ ਤੁਸੀਂ ਆਪਣਾ ਵੀਜ਼ਾ ਅਪਲਾਈ ਕਰ ਰਹੇ ਹੋ ਤੇ ਆਪਣੇ ਕੰਸਲਟੈਂਟਸ ਦੇ ਨਾਲ ਗੱਲ ਕਰੋ। ਜੀ ਜੀ, ਫੀਸ ਟ੍ਰਾਂਸਫਰ ਜਦੋਂ ਤੁਸੀਂ ਮਤਲਬ ਫੀਸ ਟ੍ਰਾਂਸਫਰ ਜਦੋਂ ਹੁੰਦੀ ਹੈ, ਕਿਆ ਉਹ ਤੁਹਾਨੂੰ ਟ੍ਰਾਂਸਪੇਰੈਂਟ ਸਿਸਟਮ ਦੇ ਨਾਲ, ਮੰਨ ਲਓ ਤੁਹਾਨੂੰ ਉਹਨਾਂ ਨੇ ਇੱਕ ਕਾਲਜ ਔਰ ਯੂਨੀਵਰਸਿਟੀ ਦਾ ਨਾਮ ਦਿੱਤਾ, ਯੂ ਕੈਨ ਸਰਚ ਆਊਟ ਔਨ ਦਾ ਗੂਗਲ। ਜੀ ਜੀ ਜੀ, ਸਪੋਜ਼ ਉਹ ਤੁਹਾਨੂੰ ਫਲਿੰਟਰ ਯੂਨੀਵਰਸਿਟੀ ਭੇਜ ਭੇਜ ਰਿਹਾ ਹੈ। 1-2 ਮਿੰਟ ਨੇ ਪਰ ਜੀ। ਕਾਲਰ ਜੁੜ ਗਏ ਨੇ, ਮੈਂ ਚਾਹਨੀ ਆ ਕਾਲ ਹੀ ਲੈ ਲੈਂਦੇ ਆ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਹੇ ਹੋ, ਕੀ ਸਵਾਲ ਹੈ? ਹਾਂਜੀ ਮੈਮ, ਮੈਂ ਸੁਖਪਾਲ ਕੌਰ ਗੱਲ ਕਰ ਰਹੀ ਹਾਂ। ਹਾਂ ਦੱਸੋ ਸੁਖਪਾਲ, ਕੀ ਪੁੱਛਣਾ ਚਾਹੁੰਦੇ ਹੋ? ਮੈਮ ਮੈਂ ਅਪਲਾਈ ਕੀਤਾ ਹੋਇਆ ਮੀਨਸ ਮੈਮ ਮੇਰਾ ਕੈਨੇਡਾ ਲਈ ਅਪਲਾਈ ਕੀਤਾ ਹੋਇਆ। ਠੀਕ ਹੈ, ਕੀ ਮੈਮ ਪਹਿਲਾਂ ਮੈਂ ਅਪਲਾਈ ਕੀਤਾ ਸੀ ਮੈਮ, ਮੇਰੀ ਰਿਫਿਊਜ਼ਲ ਆ ਗਈ ਸੀ। ਹਾਂਜੀ, ਫਿਰ ਉਸ ਤੋਂ ਬਾਅਦ ਸਰ ਮੈਂ ਅਪਲਾਈ ਦੁਬਾਰਾ ਕੀਤਾ ਹੈਗਾ, ਬਟ ਹੁਣ ਮੇਨ ਇਨਟੇਕ ਲਈ ਡੈਫਰ ਪਾਈ ਹੋਈ ਹੈ, ਕੋਈ ਸੀਟ ਹੀ ਨਹੀਂ ਮਿਲ ਰਹੀ। ਸੀਟ ਨਹੀਂ ਮਿਲ ਪਾਈ। ਸਤਪਾਲ, ਤੁਹਾਡਾ ਪ੍ਰੋਫਾਈਲ ਕੀ ਹੈ? ਕਿਆ ਤੁਸੀਂ ਆਇਲਸ ਕੀਤਾ ਹੋਇਆ ਹੈ? ਸਟੱਡੀ ਆਇਲਸ ਦੇ ਕੀਤੀ ਵਿੱਚ ਹੈ? 6 ਈਚ ਬੈਂਡ ਹੈਗੇ ਨੇ ਤੁਹਾਡੇ? ਸਰ ਮੇਰਾ ਪਹਿਲਾਂ ਆਇਲਸ ਸੀਗਾ 6.5 ਆਈ ਸੀ ਓਵਰਆਲ 6 ਈਚ, ਬਟ ਸਰ ਉਹ ਐਕਸਪਾਇਰ ਹੋ ਗਿਆ ਸੀ, ਮੈਂ ਦੁਬਾਰਾ ਕੀਤਾਗਾ, ਮੇਰੀ ਓਵਰਆਲ 7 ਨੇ ਐਂਡ 6 ਈਚ। ਔਰ ਐਕੈਡੈਮਿਕ ਪ੍ਰੋਫਾਈਲ ਕੀ ਹੈ, ਕੁਆਲੀਫਿਕੇਸ਼ਨ ਕੀ ਹੈਗੀ ਤੁਹਾਡੀ? ਸਰ ਕੁਆਲੀਫਿਕੇਸ਼ਨ ਬੈਚਲਰ ਆਫ ਮੈਡੀਕਲ ਸਾਇੰਸ ਹੈ ਸਰ। ਓਕੇ, ਤੁਸੀਂ ਪ੍ਰੋਗਰਾਮ ਜੋ ਲਿੱਤਾ ਹੈਗਾ ਕਿਹੜੇ ਕਾਲਜ ਦੇ ਅੰਦਰ, ਕਿਆ ਤੁਸੀਂ ਚੈੱਕ ਕਰੋ, ਕਿਆ ਤੁਸੀਂ ਅੰਡਰਗ੍ਰੈਡ ਪ੍ਰੋਗਰਾਮ ਤਾਂ ਨਹੀਂ ਲਿੱਤਾ? ਨੋ ਸਰ, ਪ੍ਰੋਗਰਾਮ ਤੇ ਸਰ ਪੋਸਟ ਗ੍ਰੈਜੂਏਟ ਲਈ ਹੈ ਸਰ ਮੇਰਾ। ਕਿਹੜਾ ਯੂਨੀਵਰਸਿਟੀ ਔਰ ਕਾਲਜ ਹੈ? ਸੀਐਮਸੀ ਕਾਲਜ ਹੈ ਸਰ, ਸੀਐਮਸੀ ਕਾਲਜ ਹੈ ਸਰ। ਸੀਐਮਸੀ ਕਾਲਜ, ਸੀਐਮਸੀ ਕਾਲਜ ਹੈ। ਬਾਬੂ ਟਰਾਈ ਕਰੋ ਕਿ ਤੁਸੀਂ ਅਗਰ ਕਿਸੇ ਅੱਛੇ ਇੰਸਟੀਚਿਊਟ ਦੇ ਵਿੱਚ ਆਪਣਾ ਉਥੋਂ ਰਿਫੰਡ ਲੈ ਲਓ ਔਰ ਕਿਸੇ ਅੱਛੇ ਇੰਸਟੀਚਿਊਟ ਦੇ ਵਿੱਚ ਆਪਣੇ ਪ੍ਰੋਫਾਈਲ ਤੋਂ ਰਿਲੇਟਡ ਪ੍ਰੋਗਰਾਮ ਅਗਰ ਤੁਸੀਂ ਸਿਲੈਕਟ ਕਰਦੇ ਹੋ ਤੇ ਬੜੇ ਆਰਾਮ ਨਾਲ ਤੁਹਾਡਾ ਵੀਜ਼ਾ ਨਿਕਲ ਸਕਦਾ ਹੈ। ਸੱਚ ਕੋਈ ਵਰੀਡ ਹੋਣ ਦੀ ਲੋੜ ਨਹੀਂ ਹੈ। ਅਗਰ ਤੁਸੀਂ ਇਸੇ ਕਾਲਜ ਦੇ ਵਿੱਚ ਕਰਨਾ ਚਾਹੁੰਦੇ ਹੋ ਤੇ ਥੋੜਾ ਜਿਹਾ ਪੇਸ਼ੈਂਸ ਰੱਖੋ ਔਰ ਆਪਣਾ ਵੀਜ਼ਾ ਰੀਅਪਲਾਈ ਕਰੋ, ਵੀਜ਼ਾ ਨਿਕਲ ਜਾਏਗਾ। ਬਿਲਕੁਲ ਜੀ ਬਿਲਕੁਲ। ਬਾਕੀ ਕਿਉਂਕਿ ਜੇ ਬਾਈ ਚਾਂਸ ਕਾਲਸ ਨਹੀਂ ਮਿਲ ਪਾਈਆਂ ਤੁਹਾਡੀਆਂ ਤੇ ਵਿਜ਼ਨ ਵੇ ਇਮੀਗ੍ਰੇਸ਼ਨ ਦੇ ਨੰਬਰ ਲਗਾਤਾਰ ਟੀਵੀ ਸਕਰੀਨ ਤੇ ਫਲੈਸ਼ ਹੋ ਹੀ ਰਹੇ ਨੇ, ਤੁਸੀਂ ਸ਼ੋਅ ਤੋਂ ਬਾਅਦ ਵੀ ਕਾਲਸ ਕਰ ਸਕਦੇ ਹੋ, ਕੰਪਨੀ ਵੱਲੋਂ ਵੀ ਕਾਲ ਬੈਕ ਚਲਾ ਹੀ ਜਾਏਗਾ, ਹੈ ਨਾ। ਸੋ ਪ੍ਰੋਪਰ ਇੱਕ ਕਾਉਂਸਲਿੰਗ ਕੀਤੀ ਜਾਏਗੀ। ਮੈਂ ਚਾਹਾਂਗੀ ਕਿ ਅਲੱਗ-ਅਲੱਗ ਜਗ੍ਹਾ ਤੇ ਆਫਿਸ ਨੇ, ਨੀਚੇ ਫਲੈਸ਼ ਵੀ ਹੋ ਰਹੇ ਨੇ, ਜੋ ਵੀ ਤੁਹਾਨੂੰ ਨਜ਼ਦੀਕ ਪੈਂਦਾ ਹੈਗਾ ਆਫਿਸ, ਉੱਥੇ ਜ਼ਰੂਰ ਵਿਜ਼ਿਟ ਕਰੋ। ਸੋ ਥੈਂਕ ਯੂ ਸੋ ਮਚ ਸਰ। ਥੈਂਕ ਯੂ ਜੀ, ਥੈਂਕ ਯੂ। ਸੋ ਇਸੇ ਦੇ ਨਾਲ ਮੈਨੂੰ ਪ੍ਰੀਤ ਨੂੰ ਵੀ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।